ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਹਦ ਬੰਦਾ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਇਸ ਬਿਧ ਹੱਥ ਕੈ ਖਾਨ ਸਰ ਰਹਿਓ ਹਿਰਦੈ ਪਛੁਤਾਏ। ਆਦਿਕ ਦੀਨਾ ਬੇਗਤੇ ਦੇਖਤ ਰਨ ਬਿਸਮਾਏ। ਇਸ ਬਿਧ ਹੱਥ ਕੈ ਖਾਨ ਸਰ ਰਹਿਓ ਹਿਰਦੈ ਪਛੁਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਦੀਨਾ ਬੰਧੂ ਸਤਿਗੁਰੂ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਰਾਜਾਨ ਰਾਜ ਭਾਨ ਆਨ ਭਾਨ ਦੇਵਾਨ ਦੇਵ ਉਪਮਾ ਮਹਾਨ। ਖੰਡਾਂ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਿੰਘਾਸਨਾਂ ਉੱਪਰ ਸੁਭਾਇਮਾਨ। ਧਰਤੀ ਨੂੰ ਧੀਰਜ ਬਖਸ਼ਣ ਵਾਲੇ ਦਸਾਂ ਹੀ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੇ ਜਗ ਬਉਰਾਨੰ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਸਰਬੰਸ ਦਾਨੇ।
ਤਿੰਨਾਂ ਵੱਲੋਂ ਵਰੋਸਾਈ ਸੰਪਰਦਾਏ ਦਮਦਮੀ ਟਕਸਾਲ ਦੇ ਮਹਾਨ ਪੂਰਨ ਬ੍ਰਹਮ ਗਿਆਨੀ। ਸੇਵਾ ਦੀ ਮੂਰਤ ਨਾਮ ਰਸੀਏ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਤਿੰਨਾਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਯਾਦਗਾਰ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਸੱਦਰਵਾਲਾ ਵਿਖੇ ਸਤਿਗੁਰੂ ਸਾਹਿਬ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜਾਏ ਗਏ। ਸੱਜੇ ਹੋਏ ਦੀਵਾਨਾਂ ਦੇ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਦੀ ਕਥਾ ਵਿਚਾਰ ਕਰਨ ਦਾ ਸੁਭਾਗਾ ਸਮਾਂ ਹੋਇਆ ਹੈ। ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਰੋਜ਼ਾਨਾ ਹੀ ਸਤਿਗੁਰੂ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸ਼੍ਰਵਣ ਕਰਕੇ ਸੋ ਆਪਣੇ ਸਵਾਸਾਂ ਨੂੰ ਆਪਣੇ ਜੀਵਨ ਨੂੰ ਸਫਲਿਆਂ ਕਰ ਰਹੇ ਹੋ। ਆਪ ਜੀਆਂ ਨੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਪ੍ਰਸੰਗ ਸ਼੍ਰਵਣ ਕੀਤੇ ਸੀ। 22 ਧਾਰ ਦੇ ਰਾਜੇ ਜਿਹੜਾ ਭੀਮ ਚੰਦ ਰਾਜਾ ਹੈ ਕਹਿਲੂਰੀ ਵਿਰਾਸਤ ਦਾ, ਇਸੇ ਤਰ੍ਹਾਂ ਹੀ ਮਦਨਪਾਲ, ਵੀਰ ਸਿੰਘ ਹੋਰ ਸਾਰੇ ਰਾਜਿਆਂ ਨੇ ਸਲਾਹ ਕਰਕੇ ਆਪਣੇ ਵਕੀਲ ਨੂੰ ਦਿੱਲੀ ਵਿਖੇ ਸੂਬੇ ਦੇ ਪਾਸ ਭੇਜਿਆ ਹੈ। ਸੋ ਉੱਥੋਂ ਜਦੋਂ ਵਕੀਲ ਨੇ ਆਪਣਾ ਇੱਕ ਦੂਤ ਭੀਮ ਚੰਦ ਦੇ ਪਾਸ ਵਾਪਸ ਭੇਜਿਆ, ਸੋ ਉਸ ਨੂੰ ਸੁਨੇਹਾ ਦਿੱਤਾ ਹੈ, ਇੱਕ ਪੱਤਰ ਲਿਖ ਕੇ ਨਾਲ ਭੇਜਿਆ ਹੈ ਕਿ ਇਹ ਦਿੱਲੀ ਦਾ ਜਿਹੜਾ ਸੂਬਾ ਹੈ ਨਾ, ਜੋ ਔਰੰਗਜ਼ੇਬ ਦੀ ਗੈਰ ਹਾਜ਼ਰੀ ਦੇ ਵਿੱਚ ਸਾਰੀ ਕਾਰ ਵਿਹਾਰ ਜਿੰਨਾ ਵੀ ਉੱਥੋਂ ਦਾ ਕੰਮਕਾਰ ਇਹ ਚਲਾ ਰਿਹਾ ਹੈ ਸੂਬਾ, ਉਸ ਦੇ ਪਾਸ ਮੈਂ ਬਹੁਤ ਵਾਰ ਆਖਿਆ ਹੈ ਕਿ ਕਹਿਲੂਰੀ ਵਿਰਾਸਤ ਦੇ ਰਾਜਿਆਂ ਨੇ ਬਹੁਤੀ ਜ਼ਿਆਦਾ ਜਿਹੜੀ ਫੌਜ ਹੈ ਤੁਹਾਡੇ ਪਾਸੋਂ ਆਓ, ਆਪਣੇ ਇਲਾਕੇ ਦੇ ਵਿੱਚ ਆਓ। ਕਹਿਲੂਰੀ ਵਿਰਾਸਤ ਦੇ ਵਿੱਚ ਮੰਗਾਈ ਹੈ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ। ਸੋ ਸਾਡੇ ਨਾਲ ਬਹੁਤ ਵਾਰ ਜੰਗ ਕੀਤਾ ਹੈ। ਸੋ ਉਸ ਚਿੱਠੀ ਦੇ ਵਿੱਚ ਔਰੰਗਜ਼ੇਬ ਦੇ ਜਿਹੜਾ ਕਹਿਲੂਰੀ ਵਿਰਾਸਤ ਦਾ ਰਾਜਾ ਭੀਮ ਚੰਦ ਹੈ ਉਸ ਨੂੰ ਲਿਖਿਆ ਹੈ ਕਿ ਵਕੀਲ ਕਹਿੰਦਾ ਮੈਂ ਬਹੁਤੀ ਵਾਰ ਪਰਖ ਲਿਆ ਹੈ, ਬਹੁਤੀ ਵਾਰ ਕਹਿ ਕਰਕੇ ਇਹ ਮੈਂ ਪ੍ਰਤਿਆਲਿਆ ਕਿ ਜਿਹੜਾ ਇਹ ਸੂਬਾ ਹੈ ਨਾ ਬਿਨਾਂ ਪੈਸੇ ਲਿਆ ਸਾਡਾ ਜਿਹੜਾ ਕੰਮ ਹੈ ਉਸ ਨੂੰ ਸਵਾਰੇਗਾ ਨਹੀਂ। ਇਸੇ ਤਰ੍ਹਾਂ 22 ਧਾਰ ਦੇ ਰਾਜਿਆਂ ਨੇ ਸੋ ਆਪ ਦੇ ਵਿੱਚ ਸਲਾਹ ਕਰਕੇ ਫਿਰ ਬਹੁਤੀ ਧਨ ਜਿਹੜਾ ਮਾਇਆ ਇਕੱਤਰ ਕਰਕੇ 1 ਲੱਖ ਰੁਪਈਆ ਇਸ ਸੂਬੇ ਨੂੰ ਦਿੱਤਾ ਹੈ। ਫਿਰ ਉਸ ਨੇ 2 ਉਮਰਾ ਭੇਜੇ ਹਨ। ਸੋ ਦੋਨਾਂ ਦਾ ਜਿਹੜਾ ਰੁਤਬਾ ਹੈ ਨਾ 5 ਹਜ਼ਾਰੀ ਕਰਕੇ ਰੁਤਬਾ ਹੈ। ਇੱਕ ਪੈਂਡੇ ਖਾਂ 5 ਹਜ਼ਾਰੀ, ਇਸੇ ਤਰ੍ਹਾਂ ਦੀਨਾ ਬੇਗ 5 ਹਜ਼ਾਰੀ। 10,000 ਦੀ ਗਿਣਤੀ ਦੇ ਵਿੱਚ ਜੋ ਪਠਾਣਾ ਦੀ ਤੁਰਕਾਂ ਦੀ ਜਿਹੜੀ ਫੌਜ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਇਸ ਨੇ ਚੜ੍ਹਾਈ ਕਰ ਦਿੱਤੀ। ਰੋਪੜ ਨੂੰ ਲੰਘਦਾ ਹੋਇਆ, ਸ੍ਰੀ ਕੀਰਤਪੁਰ ਸਾਹਿਬ ਨੂੰ ਲੰਘਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੀਨਾ ਬੇਗ ਪੈਂਡੇ ਖਾਂ ਬਹੁਤੀ ਜ਼ਿਆਦਾ ਫੌਜ ਲੈ ਕਰਕੇ ਆ ਪੁੱਜਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜੋ ਖਬਰੀ ਹੈ ਸੂਈਆ ਹੈ ਉਸ ਨੇ ਸਾਰੀ ਖਬਰਸਾਰ ਸਤਿਗੁਰੂ ਸਾਹਿਬ ਜੀਆਂ ਨੂੰ ਆ ਕਰਕੇ ਸੁਣਾਈ। ਸੱਚੇ ਪਾਤਸ਼ਾਹ ਜੀਓ, ਦਿੱਲੀ ਦੇ ਸੂਬੇ ਨੇ 2 ਉਮਰਾਵ 10,000 ਦੀ ਫੌਜ ਦੇ ਸਹਿਤ ਸਤਿਗੁਰੂ ਸਾਹਿਬ ਜੀ ਇੱਥੇ ਭੇਜੇ ਹਨ। ਇਹ ਕਹਿਲੂਰੀ ਵਿਰਾਸਤ ਦੇ ਜਿਹੜੇ 22 ਧਾਰ ਦੇ ਰਾਜੇ ਹਨ, ਇਹਨਾਂ ਨੇ ਚਿੱਠੀ ਲਿਖ ਕਰਕੇ ਸੋ ਆਪਣੇ ਵਕੀਲ ਨੂੰ ਸਿਖਾ ਕਰਕੇ ਬੁਝਾ ਕਰਕੇ ਚੰਗੀ ਤਰ੍ਹਾਂ ਪੱਟੀ ਪੜ੍ਹਾ ਕਰਕੇ ਭੇਜਿਆ ਹੈ। 1 ਲੱਖ ਜਿਹੜਾ ਰੁਪਈਆ ਹੈ ਉਹ ਉਸ ਨੇ ਦਿੱਤਾ ਹੈ ਇਸ ਸੂਬੇ ਨੂੰ, ਦਿੱਲੀ ਦੇ ਨੂੰ।
ਜਿਸ ਕਰਕੇ ਬਹੁਤ ਹੀ ਜ਼ਿਆਦਾ ਜਿਹੜੀ ਫੌਜ ਇਸ ਭੀਮ ਚੰਦ ਰਾਜੇ ਨੇ ਹੋਰ 22 ਧਾਰ ਦੇ ਰਾਜਿਆਂ ਨੇ ਸੂਬੇ ਨੂੰ ਕਹਿ ਕਰਕੇ ਸਤਿਗੁਰੂ ਸਾਹਿਬ ਜੀਓ ਸਾਡੇ ਨਾਲ ਜੰਗ ਕਰਨ ਵਾਸਤੇ ਇੱਥੇ ਮੰਗਾਈ ਹੈ। ਉਹ ਸਾਰੀ ਫੌਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਜੀ ਜਦੋਂ ਸਤਿਗੁਰੂ ਸਾਹਿਬ ਜੀਆਂ ਨੂੰ ਇਸ ਤਰ੍ਹਾਂ ਖਬਰੀਏ ਨੇ ਦੱਸਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀਰ ਰਸ ਦੇ ਵਿੱਚ ਆਏ ਹਨ। ਬੜੇ ਉੱਚੇ ਬੋਲੇ ਦੇ ਵਿੱਚ ਗੱਜ ਕਰਕੇ ਸਿੰਘਾਂ ਨੂੰ ਆਖਿਆ ਕਿ ਹੇ ਸੂਰਮਿਆਓ, ਬਹਾਦਰ ਆਓ, ਤਿਆਰ ਬਰ ਤਿਆਰ ਹੋ ਜਾਵੋ। ਸੋ ਰਣਜੀਤ ਨਗਾਰੇ ਤੇ ਦੋਹਰੀਆਂ ਚੋਭਾਂ ਵੱਜ ਉੱਠੀਆਂ। ਸਿੰਘਾਂ ਨੂੰ ਪਤਾ ਲੱਗ ਗਿਆ ਹੈ ਕਿ ਬਹੁਤ ਭਾਰੀ ਜੰਗ ਹੋਵੇਗਾ। ਸਾਰੇ ਤਿਆਰ ਬਰ ਤਿਆਰ ਹੋ ਗਏ। ਸ਼ਸਤਰ ਧਾਰੀ ਹੋ ਕਰਕੇ ਸਤਿਗੁਰੂ ਸਾਹਿਬ ਜੀਆਂ ਦੇ ਜਿਹੜੇ ਮੁਖੀ ਜਰਨੈਲ ਸੀ ਉਹਨਾਂ ਨੇ ਸਿੰਘਾਂ ਨੂੰ ਬਹੁਤ ਜ਼ਿਆਦਾ ਗੋਲੀ ਛਿੱਕਾ ਬਰੂਦ ਵਰਤਾਇਆ ਹੈ। ਸਾਰੇ ਸਿੰਘ ਘੋੜਿਆਂ ਉੱਪਰ ਅਸਵਾਰ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਇੱਕ ਨਾਲਾ ਸੀ ਨਾ ਪਾਣੀ ਵਾਲਾ, ਉਹ ਤੋਂ ਪਰਲੇ ਬੰਨੇ ਆ ਪੁੱਜੇ। ਸੋ ਇਹਨਾਂ ਦੇ ਨਾਲ ਪਠਾਣਾਂ ਦੇ ਨਾਲ ਤੁਰਕਾਂ ਮੁਸਲਮਾਨਾਂ ਦੇ ਨਾਲ ਭਾਰੀ ਜੰਗ ਸ਼ੁਰੂ ਕਰ ਦਿੱਤਾ। ਗੁਰੂ ਕੇ ਸੂਰਮਿਆਂ ਨੇ ਭਾਈ ਉਦੇ ਸਿੰਘ ਇਸੇ ਤਰ੍ਹਾਂ ਭਾਈ ਉਦੇ ਸਿੰਘ ਜੀ, ਪੰਜਾਂ ਪਿਆਰਿਆਂ ਦੇ ਵਿੱਚੋਂ ਪਿਆਰੇ ਦਇਆ ਸਿੰਘ ਜੀ, ਭਾਈ ਆਲਮ ਸਿੰਘ ਨੱਚਣਾ, ਸੋ ਹੋਰ ਵੀ ਬਹੁਤ ਜਿਹੜੇ ਮੁਖੀ ਸਿੰਘ ਹਨ ਸੂਰਮੇ ਸਿੰਘ, ਉਹਨਾਂ ਨੇ ਸਾਰੇ ਸਿੰਘਾਂ ਨੂੰ ਕਹਿ ਕਰਕੇ ਜੰਜੀਰਦਾਰ ਇੱਕੋ ਵਾਰ ਗੋਲੀ ਦੇ ਵਿੱਚੋਂ ਫੈਰ ਛੱਡੇ। ਜਿਸ ਕਰਕੇ ਜਿਹੜੇ ਤੁਰਕ ਸੀ ਨਾਲ ਇਹ ਪਠਾਨ ਪਿੱਛੇ ਹੀ ਰੁਕ ਗਏ, ਅੱਗੇ ਵਧ ਨਾ ਸਕੇ। ਸੋ ਇੰਨੇ ਚਿਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਵੇ ਸੂਰਮਿਆਂ ਦੇ ਸਤਿਗੁਰੂ ਸਾਹਿਬ ਜੀ ਤਿਆਰ ਬਰ ਤਿਆਰ ਹੋ ਕਰਕੇ ਸੋ ਜਿਹੜਾ ਤਿੱਖਾ ਤੇਗਾ ਧਾਰਨ ਕੀਤਾ ਹੈ, ਪੱਥਾ ਸਤਿਗੁਰੂ ਸਾਹਿਬ ਜੀ ਨੇ ਭਰਿਆ, ਤੀਰਾਂ ਦਾ ਮੋਢੇ ਤੇ ਪਾਇਆ, ਹੱਥ ਦੇ ਵਿੱਚ ਕਠੋਰ ਜਿਹੜਾ ਕਰੜਾ ਧਨਖ ਫੜਿਆ ਹੈ। ਬਹੁਤ ਭਾਰੀ ਸਤਿਗੁਰੂ ਸਾਹਿਬ ਜੀ ਵੀਰ ਰਸ ਦੇ ਵਿੱਚ ਆਏ ਹਨ। ਸੋ ਬੱਬਰ ਸ਼ੇਰ ਦੀ ਨਿਆਈ ਸਤਿਗੁਰੂ ਸਾਹਿਬ ਜੀ ਜੰਗ ਯੁੱਧ ਵਾਲੇ ਸਥਾਨ ਤੇ ਆ ਗਏ। ਇੱਧਰ ਸੋ ਇਹ ਜਿਹੜਾ ਪੈਂਡੇ ਖਾਂ ਸੀ ਨਾਲ, ਇਸ ਨੇ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਜੰਗ ਕਰਨ ਦੀ ਜਿਹੜੀ ਅੰਦਰ ਦੀ ਖਵਾਇਸ਼ ਪ੍ਰਗਟ ਕੀਤੀ ਹੈ। ਸਤਿਗੁਰੂ ਸਾਹਿਬ ਜੀਆਂ ਨੇ ਇਸ ਦੀ ਖਵਾਇਸ਼ ਨੂੰ ਜਾਣ ਕਰਕੇ ਸੋ ਸਤਿਗੁਰੂ ਸਾਹਿਬ ਜੀਆਂ ਨੇ ਇਸ ਨੂੰ ਹੁਕਮ ਕੀਤਾ ਹੈ ਕਿ ਪੈਂਡੇ ਖਾਨ, ਸੋ ਤੂੰ ਸਾਡੇ ਉੱਪਰ ਪਹਿਲਾ ਵਾਰ ਕਰ, ਕਿਉਂਕਿ ਜਿਹੜਾ ਵੰਗਾਰਦਾ ਹੈ ਨਾ ਉਸ ਦਾ ਹੀ ਪਹਿਲਾ ਵਾਰ ਕਰਨ ਦਾ ਹੱਕ ਬਣਦਾ ਹੈ। ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਪੈਂਡੇ ਖਾਨ ਨੇ 2 ਵਾਰ ਕੀਤੇ ਨੇ। ਪਹਿਲਾ ਸਤਿਗੁਰੂ ਸਾਹਿਬ ਜੀ ਦੇ ਮੱਥੇ ਨੂੰ ਨਿਸ਼ਾਨਾ ਤੱਕ ਕਰਕੇ ਬਹੁਤ ਤਿੱਖਾ ਤੀਰ ਪੱਥੇ ਦੇ ਵਿੱਚੋਂ ਕੱਢ ਕਰਕੇ ਸਿੰਨਿਆ ਹੈ, ਫਿਰ ਛੱਡਿਆ ਹੈ। ਸੋ ਇਸੇ ਤਰ੍ਹਾਂ ਹੀ ਪਹਿਲਾ ਜਿਹੜਾ ਵਾਰ ਉਹ ਖਾਲੀ ਗਿਆ ਹੈ। ਦੂਜਾ ਜਿਹੜਾ ਤੀਰ ਹੈ ਨਾਲ, ਸੋ ਉਹ ਵੀ ਸਤਿਗੁਰੂ ਸਾਹਿਬ ਜੀ ਦੇ ਮੱਥੇ ਵੱਲ ਨੂੰ ਨਿਸ਼ਾਨਾ ਤੱਕ ਕਰਕੇ ਸਿੰਨਿਆ ਹੈ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਸਰੀਰ 'ਤੇ ਸਾਰੇ ਜਿੰਨੇ ਲੋਹੇ ਦੀ ਸੰਜੋਗ ਪਹਿਨੀ ਹੋਈ ਹੈ, ਇਸ ਨੂੰ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਮੱਥਾ ਹੀ ਨਿਸ਼ਾਨੇ 'ਤੇ ਦਿਖਿਆ ਹੈ। ਜਿਹੜਾ ਮੱਥਾ ਜਿਹੜਾ ਅੰਗ ਹੈ, ਸੋ ਉਹੀ ਜਿਹੜਾ ਢੱਕਣ ਤੋਂ ਰੋਹੇ ਢੱਕਣ ਤੋਂ ਰਹਿਤ ਦਿਖਿਆ ਹੈ। ਸੋ ਦੂਸਰਾ ਇਸ ਨੇ ਵਾਰ ਸਤਿਗੁਰੂ ਸਾਹਿਬ ਜੀ ਦੇ ਮੱਥੇ ਨੂੰ ਤੱਕਿਆ ਹੈ। ਜਦੋਂ ਤੀਰ ਛੱਡਿਆ, ਸਤਿਗੁਰੂ ਸਾਹਿਬ ਜੀਆਂ ਨੇ ਇੱਕ ਦਮਾਲੇ ਉੱਪਰ ਪਟਕਾ ਬੰਨਿਆ ਸੀ ਟੇਢਾ ਮੇਢਾ ਜਿਹਾ। ਸੋ ਉਹ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਦਮਾਲੇ ਨੇ ਉੱਤੇ ਪਟਕਾ ਸਜਾਇਆ ਸੀ ਨਾ, ਪਟਕੇ ਨੂੰ ਖਹਿੰਦਾ ਹੋਇਆ ਤੀਰ ਅਗਾਂਹ ਨੂੰ ਜਾ ਡਿੱਗਾ। ਸੋ ਗੁਰੂ ਕੇ ਪਿਆਰੇ ਇਸੇ ਤਰ੍ਹਾਂ ਹੀ ਪੈਂਡੇ ਖਾਂ ਦੇ ਇਹ ਦੋਵੇਂ ਵਾਰ ਖਾਲੀ ਚਲੇ ਗਏ। ਇਹ ਧਨਖ ਵਿਦਿਆ ਦੇ ਵਿੱਚ ਬਹੁਤ ਤਗੜਾ ਅਭਿਆਸੀ ਸੀ। ਤੀਰ ਅੰਦਾਜ਼ੀ ਦੇ ਵਿੱਚ ਬੜਾ ਤਗੜਾ ਇਸ ਦਾ ਅਭਿਆਸ ਸੀ, ਬੜਾ ਮਾਣ ਸੀ ਇਸ ਨੂੰ ਆਪਣੇ ਆਪ 'ਤੇ। ਪਰ ਇਸ ਦੇ ਦੋਵੇਂ ਵਾਰ ਖਾਲੀ ਚਲੇ ਗਏ। ਸਤਿਗੁਰੂ ਸਾਹਿਬ ਜੀਆਂ ਨੇ ਜਿਸ ਤਰ੍ਹਾਂ ਹੁਣ ਇਸ ਨੂੰ ਵੰਗਾਰਨਾ ਹੈ, ਇਸ ਦੇ ਉੱਪਰ ਤੀਰ ਦਾ ਵਾਰ ਕਰਨਾ ਹੈ, ਸੋ ਅੱਜ ਦੇ ਦੀਵਾਨਾਂ ਦੇ ਵਿੱਚ ਜਿਸ ਤਰ੍ਹਾਂ ਪੈਂਡੇ ਖਾਂ ਦਾ ਵੱਧ ਹੋਵੇਗਾ, ਸੋ ਜਿਹੜਾ ਦੀਨਾ ਵੇਗ ਹੈ ਉਹ ਘਾਇਲ ਫੱਟੜ ਹੋ ਕਰਕੇ ਭਗੌੜਾ ਹੋ ਜਾਵੇਗਾ। ਬਹੁਤੀ ਜ਼ਿਆਦਾ ਫੌਜ ਇਹਨਾਂ ਦੀ ਮਾਰੀ ਜਾਵੇਗੀ। ਸੋ ਗੁਰੂ ਕੇ ਪਿਆਰੇ ਅੱਜ ਦੇ ਦੀਵਾਨਾਂ ਦੇ ਵਿੱਚ ਕਥਾ ਵਿਚਾਰਾਂ ਆ ਰਹੀਆਂ ਨੇ। ਸੋ ਜਿਹੜਾ ਸੂਬੇ ਨੇ ਦਿੱਲੀ ਤੋਂ ਦੀਨਾ ਬੇਗ ਇਸੇ ਤਰ੍ਹਾਂ ਪੈਂਡੇ ਖਾਂ 10,000 ਫੌਜ ਦੇ ਕਰਕੇ ਭੇਜਿਆ ਸ੍ਰੀ ਅਨੰਦਪੁਰ ਸਾਹਿਬ ਵਿਖੇ। ਸੋ ਗੁਰੂ ਕੇ ਪਿਆਰੇ ਇਹ ਪਹਿਲਾ ਜੰਗ ਹੈ ਮੁਸਲਮਾਨਾਂ ਤੁਰਕਾਂ ਦੇ ਨਾਲ।
ਬਾਕੀ ਤਾਂ ਪਹਾੜੀਆਂ ਦੇ ਨਾਲ ਜੰਗ ਬਹੁਤੇ ਹੋਏ, ਪਰ ਇਹ ਜਿਹੜਾ ਜੰਗ ਹੈ ਨਾਲ ਤੁਰਕਾਂ ਦੇ ਨਾਲ, ਇਹ ਪਹਿਲਾ ਜੰਗ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਇਹ ਪਹਿਲੇ ਜੰਗ ਦੇ ਵਿੱਚ ਦੀਨਾ ਬੇਗ ਤੇ ਪੈਂਡੇ ਖਾਂ, ਇਹ ਦੋ ਉਮਰਾਵ 10,000 ਦੀ ਫੌਜ ਲੈ ਕਰਕੇ ਚੜ੍ਹਾਈ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ ਨੇ। ਹੁਣ ਅੱਜ ਜਿਸ ਤਰ੍ਹਾਂ ਗੁਰੂ ਕੇ ਪਿਆਰੇ ਖਾਲਸੇ, ਸੋ ਇਹਨਾਂ ਦੇ ਦੰਦ ਖੱਟੇ ਕਰਨਗੇ, ਇੱਥੋਂ ਭਜਾਉਣਗੇ, ਲੋਹੇ ਦੇ ਚਣੇ ਚਬਾ ਕਰਕੇ। ਅੱਜ ਦੇ ਦੀਵਾਨਾਂ ਦੇ ਵਿੱਚ ਗੁਰੂ ਕੇ ਪਿਆਰੇ ਕਥਾ ਵਿਚਾਰਾਂ ਆ ਰਹੀਆਂ ਨੇ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਾਰ ਕੇ ਸੋ ਕਥਾ ਕਰੀਏ ਆਰੰਭ। ਰਸਨਾ ਨੂੰ ਕਰੀਏ ਪਵਿੱਤਰ ਪ੍ਰੇਮ ਸਹਿਤ ਬੋਲੀਏ ਜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਬਿਦ ਹੱਥ ਕੈ ਖਾਨ ਸਰ ਰਹਿਓ ਹਿਰਦੈ ਪਛੁਤਾਏ। ਸੋ ਗੁਰੂ ਕੇ ਪਿਆਰਿਓ, ਇਸ ਤਰੀਕੇ ਦੇ ਨਾਲ ਜਿਹੜਾ ਪੈਂਡੇ ਖਾਨ ਸੀ ਨਾਲ, ਇਸ ਨੇ ਸਤਿਗੁਰੂ ਸਾਹਿਬ ਜੀਆਂ ਦੇ ਉੱਪਰ 2 ਵਾਰ ਤੀਰਾਂ ਦਾ ਵਾਰ ਕੀਤਾ ਹੈ। ਸੋ 2 ਵਾਰ ਜਦੋਂ ਤੀਰਾਂ ਦਾ ਵਾਰ ਕੀਤਾ ਨਾਲ ਸਤਿਗੁਰੂ ਸਾਹਿਬ ਜੀ ਦੇ ਮੱਥੇ ਨੂੰ ਨਿਸ਼ਾਨਾ ਬਣਾ ਕਰਕੇ, ਕਹਿੰਦੇ ਜਦੋਂ ਉਹ ਤੀਰਾਂ ਦਾ ਨਿਸ਼ਾਨਾ ਨਾ ਸਤਿਗੁਰੂ ਸਾਹਿਬ ਜੀ ਤੇ ਲੱਗਿਆ, ਪੈਂਡੇ ਖਾਂ ਬਹੁਤ ਜ਼ਿਆਦਾ ਪਛਤਾਇਆ ਹੈ, ਸ਼ਰਮਸ਼ਾਰ ਹੋ ਗਿਆ ਹੈ ਜੇ। ਆਦਿਕ ਦੀਨਾ ਬੇਗ ਤੇ ਦੇਖਤ ਰਨ ਬਿਸਮਾਏ। ਸੋ ਦੀਨਾ ਬੇਗ ਉਮਰਾਵ ਤੋਂ ਹੋਰ ਜਿਹੜੇ ਪਠਾਨ ਸੀ, ਜਿਹੜੇ ਤੁਰਕ ਸੀ, ਇਹਦੇ ਫੌਜ ਬਹੁਤ ਜ਼ਿਆਦਾ ਜਰਨੈਲ ਸੂਰਬੀਰ ਸਾਰੇ ਦੇਖ ਕਰਕੇ ਬੜੇ ਜ਼ਿਆਦਾ ਹੈਰਾਨ ਹੋ ਰਹੇ ਨੇ। ਇਸੇ ਤਰ੍ਹਾਂ ਜਿਹੜੇ ਪਹਾੜੀਏ ਵੀ ਆਏ ਹਨ, ਸੋ ਉਹ ਵੀ ਦੇਖ ਕਰਕੇ ਬੜੇ ਜ਼ਿਆਦਾ ਹੈਰਾਨ ਹੋਏ ਹਨ ਕਿ ਪੈਂਡੇ ਖਾਂ ਨੇ ਸਤਿਗੁਰੂ ਸਾਹਿਬ ਜੀ ਤੇ 2 ਵਾਰ ਕੀਤੇ, ਦੋਵੇਂ ਦੇ ਦੋਵੇਂ ਵਾਰ ਖਾਲੀ ਚਲੇ ਗਏ। ਜੰਗ ਛੰਦ ਰਹਿਓ ਖਾਨ ਠਾਂਡੋ ਵੱਡੀ ਲਾਜ ਪਾਏ। ਜਦੋਂ ਸਤਿਗੁਰੂ ਸਾਹਿਬ ਜੀ ਤੇ ਦੋਵੇਂ ਵਾਰ ਨਾ ਲੱਗੇ ਤੀਰ ਦੇ, ਇਹ ਜੰਗ ਵਾਲੇ ਸਥਾਨ ਤੇ ਯੁੱਧ ਭੂਮੀ ਦੇ ਵਿੱਚ ਸ਼ਰਮਸ਼ਾਰ ਹੋ ਕਰਕੇ ਖੜ ਗਿਆ। ਵੀਰ ਸਾਰੇ ਜਥਾ ਜੰਗ ਦਾਏ। ਸੋ ਗੁਰੂ ਕੇ ਪਿਆਰਿਓ, ਤੇ ਜਿੰਨੇ ਵੀ ਸੂਰਮੇ ਸੀ ਨਾ ਯੁੱਧ ਭੂਮੀ ਦੇ ਵਿੱਚ, ਸਤਿਗੁਰੂ ਸਾਹਿਬ ਜੀਆਂ ਦੇ ਬਾਗੇ ਸੂਰਮੇ, ਇੱਧਰ ਆਓ, ਇਹਨਾਂ ਉਮਰਾਵਾਂ ਦੇ ਸੂਰਮੇ ਸਾਰੇ ਪਹਾੜੀਏ ਸਾਰੇ ਦੇਖ ਰਹੇ ਨੇ। ਸੋ ਜਿਹੜੇ ਜੰਗ ਦੇ ਵਿੱਚ ਦਾ ਘਾਹ ਹੁੰਦੇ ਹਨ, ਉਹ ਦਾ ਘਾਹ ਨੂੰ ਦੇਖ ਰਹੇ ਨੇ ਖੜ ਕੇ ਜੰਗ ਦੇ ਵਿੱਚ ਸਾਰੇ ਹੀ ਸੂਰਮੇ। ਵੀਰ ਬੰਕੇ ਅਰੀਲੇ ਬਸਾਲੇ। ਸੋ ਗੁਰੂ ਕੇ ਪਿਆਰੇ, 2 ਵੀਰ ਬੰਕੇ ਜਿਹੜੇ ਬੜੇ ਨੌਜਵਾਨ ਬੰਕੇ ਸੂਰਮੇ ਹਨ ਜੋਧੇ, ਇੱਧਰ ਆ ਉਮਰਾਵ ਜਿਹੜਾ ਹੈ ਪੈਂਡੇ ਖਾਂ, ਇਹ ਵੀ ਬੜਾ ਬੰਕਾ ਵੀਰ ਹੈ, ਇਹ ਵੀ ਯੋਧਾ ਜਰਨੈਲ ਹੈ, ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਹੈ। ਇੱਧਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ ਬੰਕੇ ਯੋਧੇ ਹਨ, ਤਗੜੇ ਜਰਨੈਲ ਹਨ। ਸੋ ਸਤਿਗੁਰੂ ਸਾਹਿਬ ਜੀ ਵੀ ਅੜਿੱਲੇ, ਬੜੇ ਜ਼ਿਆਦੇ ਅੜਿੱਲੇ ਹਨ। ਸੋ ਇਸੇ ਤਰ੍ਹਾਂ ਹਠੀਲੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਬੰਕੇ ਵੀਰ ਯੋਧੇ ਹਨ, ਬਹੁਤ ਤਗੜੇ ਸੂਰਬੀਰ ਹਨ। ਦੋ ਸੈਨ ਸੁਆਮੀ ਕੁਦੰਡੰ ਸੰਭਲੇ। ਸੋ ਕਹਿੰਦੇ ਦੋਵੇਂ ਸੈਨਾ ਦੇ ਸੁਆਮੀ ਹਨ, ਫੌਜਾਂ ਦੇ ਮਾਲਕ ਹਨ। ਹੱਥਾਂ ਦੇ ਵਿੱਚ ਇੱਧਰ ਸਤਿਗੁਰੂ ਸਾਹਿਬ ਜੀਆਂ ਨੇ ਵੀ ਜਿਹੜਾ ਕਰੜਾ ਧਨਖ ਸੰਭਾਲਿਆ ਫੜਿਆ ਹੈ, ਉਧਰ ਪੈਂਡੇ ਖਾਂ ਨੇ ਵੀ ਹੱਥ ਦੇ ਵਿੱਚ ਧਨਖ ਫੜਿਆ ਹੋਇਆ ਹੈ ਜੇ। ਦੋ ਤੇਜ ਘੋਰੇ ਕਰੇ ਉਜਵਾਰੇ। ਸੋ ਗੁਰੂ ਕੇ ਪਿਆਰਿਓ, ਜਿਹੜੇ ਬੜੇ ਬਲ ਵਾਲੇ ਘੋੜੇ ਸੀ ਨਾਲ ਸਤਿਗੁਰੂ ਸਾਹਿਬ ਜੀਆਂ ਨੇ ਇਸੇ ਤਰ੍ਹਾਂ ਹੀ ਪੈਂਡੇ ਖਾਂ, ਇਹਨਾਂ ਦੋਵਾਂ ਨੇ ਜਿਹੜੇ ਘੋੜੇ ਹਨ ਬੜੀ ਤੇਜ਼ੀ ਦੇ ਨਾਲ ਭਜਾਏ ਹਨ ਬਲ ਵਾਲੇ। ਦੋ ਤੀਰ ਵਿਦਿਆ ਗਰੂਰੀ ਕਰਾਰੇ। ਸੋ ਇਹ ਦੋਵੇਂ ਹੀ ਸਤਿਗੁਰੂ ਸਾਹਿਬ ਜੀ ਅਤੇ ਪੈਂਡੇ ਖਾਂ ਕਹਿੰਦੇ ਆਪਣੇ ਸ਼ਸਤਰ ਵਿਦਿਆ ਦਾ ਬੜਾ ਜ਼ਿਆਦਾ ਗਰੂਰ ਮਾਣ, ਬੜਾ ਸਤਿਗੁਰੂ ਸਾਹਿਬ ਜੀਆਂ ਨੂੰ ਵੀ ਆਪਣਾ ਗਰੂਰ ਹੈ, ਬੜਾ ਮਾਣ ਹੈ। ਇੱਧਰ ਜਿਹੜਾ ਸੋ ਪੈਂਡੇ ਖਾਂ ਹੈ, ਇਸ ਨੂੰ ਵੀ ਆਪਣਾ ਬੜਾ ਹੰਕਾਰ ਮਾਣ ਹੈ ਸ਼ਸਤਰ ਵਿਦਿਆ ਤੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਬੜੇ ਕਰੜੇ ਹਨ, ਕਰੜੇ ਤੀਰ ਹਨ ਹੱਥ ਦੇ ਵਿੱਚ ਫੜੇ, ਕਰੜਾ ਧਨੁਖ ਹੈ। ਸੋ ਕਰਾਰੇ ਹੱਥ ਦਿਖਾਉਣ ਲੱਗੇ ਹਨ, ਆਪਣੀ ਸ਼ਸਤਰ ਵਿਦਿਆ ਤੇ ਬੜਾ ਮਾਣ ਹੈ ਸਤਿਗੁਰੂ ਸਾਹਿਬ ਜੀਆਂ ਨੂੰ ਵੀ। ਤੂੰ ਜੰਗ ਜੇਤਾ ਕਰੇ ਜੀਤ ਆਸਾ। ਸੋ ਕਹਿੰਦੇ ਦੋਵੇਂ ਜਰਨੈਲ, ਇੱਧਰ ਸਤਿਗੁਰੂ ਸਾਹਿਬ ਜੀ, ਉਧਰ ਪੈਂਡੇ ਖਾਂ ਜੰਗ ਨੂੰ ਜਿੱਤਣ ਦੀ ਜਿਹੜੀ ਆਸਾ ਹੈ ਨਾ, ਚਾਹਣਾ ਕਰਦੇ ਹਨ ਕਿ ਅਸੀਂ ਜੰਗ ਜਿੱਤ ਲਈਏ। ਜੰਗ ਕੋ ਪੁੰਜ ਦੇਖੈ ਤਮਾਸ਼ਾ। ਸੋ ਦੋਵੇਂ ਜੰਗ ਦਾ ਜਿਹੜੀਆਂ ਫੌਜਾਂ ਹੈ ਨਾ, ਦੋਵੇਂ ਤਰਫ ਦੋਵੇਂ ਦਲਾਂ ਦੀਆਂ ਫੌਜਾਂ ਜੋ ਜੰਗ ਯੁੱਧ ਦੇ ਜਿਹੜੇ ਤਮਾਸ਼ੇ ਹਨ ਉਸ ਨੂੰ ਦੇਖ ਰਹੇ ਹਨ ਖੜ ਕਰਕੇ। ਗੁਰੂ ਜੀ ਤਬੈ ਫਿਰ ਨੀਲਾ ਫੰਦਾਇਓ।
ਗੁਰੂ ਕੇ ਪਿਆਰਿਓ, ਤਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਿਹੜਾ ਨੀਲਾ ਘੋੜਾ ਹੈ ਨਾ, ਉਸ ਨੂੰ ਫੰਦਾਇਆ, ਉਸ ਨੂੰ ਕੁਦਾਇਆ ਹੈ। ਕਰੋ ਖਾਨ ਕੇ ਸਾਥ ਊਚੇ ਅਲਾਇਓ। ਸੋ ਜਿਹੜਾ ਖਾਨ ਪੈਂਡੇ ਖਾਂ ਖਲੋਤਾ ਸੀ ਨਾ, ਬੜਾ ਸ਼ਰਮਸ਼ਾਰ ਹੋ ਕਰਕੇ ਉਹਦੇ ਤਰਫ ਸਤਿਗੁਰੂ ਸਾਹਿਬ ਜੀਆਂ ਨੇ ਉਸ ਨੂੰ ਸੰਬੋਧਨ ਕਰ ਕਰਕੇ ਬਚਨ ਇਸ ਤਰ੍ਹਾਂ ਕਹੇ ਹਨ, ਬਚਨ ਅਲਾਏ ਹਨ, ਬਚਨ ਆਖੇ ਹਨ ਬੜੇ ਗੱਜ ਕੇ। ਹਤੈ ਤੀਰ ਤਬੈ ਤੋਹੀ ਦੀਜੈ ਵਾਰ ਮੇਰਾ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਪੈਂਡੇ ਖਾਨ, ਤੂੰ 2 ਵਾਰ ਕੀਤੇ ਹਨ, 2 ਵਾਰ ਸਾਡੇ ਉੱਪਰ ਤੀਰਾਂ ਦਾ ਵਾਰ ਕੀਤਾ ਹੈ। ਸੋ ਹੁਣ ਤੇਰੇ ਉਹ ਦੋਵੇਂ ਵਾਰ ਖਾਲੀ ਗਏ, ਹੁਣ ਸਾਡਾ ਮੌਕਾ ਹੈ ਤੇਰੇ ਉੱਪਰ ਵਾਰ ਕਰਨ ਦਾ। ਸੋ ਇਸ ਕਰਕੇ ਤੀਰ ਦਾ ਵਾਰ ਕਰਨ ਦਾ ਮੌਕਾ ਹੁਣ ਸਾਨੂੰ ਦੇਣਾ ਕਰ ਪੈਂਡੇ ਖਾਨ। ਕਰਿਓ ਓਜ ਜੇਤੋ ਪਿਖਿਓ ਸਰਬ ਤੇਰਾ। ਸੋ ਜਿਹੜਾ ਤੇਰੀਆਂ ਬਾਹਾਂ ਦਾ ਬਲ ਸੀ ਨਾ, ਸਾਰਾ ਅਸੀਂ ਦੇਖਿਆ ਹੈ, ਜਿੰਨਾ ਤੇਰੇ ਅੰਦਰ ਬਲ ਸੀ, ਤੂੰ ਤੀਰ ਛੱਡੇ, ਦੋਵੇਂ ਤੀਰ ਸਾਡੇ ਉੱਤੇ 2 ਵਾਰ ਵਾਰ ਕੀਤੇ ਤੀਰਾਂ ਦਾ। ਇਹ ਦੋਵੇਂ ਤੀਰਾਂ ਦਾ ਜਿਹੜਾ ਬਲ ਸੀ ਨਾ, ਤੇਰੇ ਅੰਦਰ ਜਿੰਨਾ ਬਲ ਸੀ ਅਸੀਂ ਦੇਖ ਲਿਆ ਹੈ। ਸੁਨੇ ਖਾਨ ਬੋਲਿਓ ਲਿਜੈ ਵਾਰ ਦੋਈ। ਸੋ ਤਦੋਂ ਸਤਿਗੁਰੂ ਸਾਹਿਬ ਜੀਆਂ ਦੇ ਬਚਨ ਸੁਣ ਕਰਕੇ ਜਿਹੜਾ ਪਠਾਨ ਸੀ ਨਾ ਪੈਂਡੇ ਖਾਨ, ਸਤਿਗੁਰੂ ਸਾਹਿਬ ਜੀਆਂ ਨੂੰ ਕਹਿੰਦਾ, ਸੱਚੇ ਪਾਤਸ਼ਾਹ ਜੀ ਆਓ ਮਹਾਰਾਜ, ਇੱਕ ਦੀ ਕੀ ਗੱਲ ਕਰਦੇ, ਇੱਕ ਵਾਰ ਦੀ ਆਪ ਜੀ ਦੋਵੇਂ ਹੀ ਵਾਰ ਲੈ ਲੈਣਾ ਕਰੋ, ਦੋਵੇਂ ਹੀ ਵਾਰ ਮੇਰੇ ਉੱਤੇ ਦਾਗਣਾ ਕਰੋ, ਦੋਵੇਂ ਹੀ ਵਾਰ ਕਰਨਾ ਕਰੋ ਤੀਰਾਂ ਦੇ। ਜਥਾ ਮੈਂ ਕਰੇ ਆਪ ਕੇ ਸਾਥ ਸੋਈ। ਸੱਚੇ ਪਾਤਸ਼ਾਹ ਜੀ ਉਹ ਜਿਸ ਤਰ੍ਹਾਂ ਮੈਂ ਆਪ ਜੀ ਦੇ ਉੱਪਰ 2 ਵਾਰ ਤੀਰਾਂ ਦੇ ਵਾਰ ਕੀਤੇ ਸੀ ਨਾ, ਉਸੇ ਤਰ੍ਹਾਂ ਹੀ ਆਪ ਜੀ ਵੀ ਮੇਰੇ ਉੱਪਰ 2 ਵਾਰ ਕਰਨਾ ਕਰੋ। ਫਿਰ ਬੋਲੇ ਨਹੀਂ ਦੋਏ ਲੈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਰਨੈਲ ਜੰਗੀ ਯੋਧੇ ਬਹਾਦਰ ਸਤਿਗੁਰੂ ਸਾਹਿਬ ਜੀ ਕਹਿੰਦੇ, ਪੈਂਡੇ ਖਾਨ ਜਿਹੜੇ 2 ਵਾਰ ਨਾ, 2 ਵਾਰ ਨਹੀਂ ਅਸੀਂ ਲੈਣੇ, 2 ਵਾਰ ਤੇਰੇ ਉੱਪਰ ਤੀਰਾਂ ਦਾ ਵਾਰ ਨਹੀਂ ਕਰਾਂਗੇ ਅਸੀਂ। ਏਕ ਨੀਕੋ ਕਹੈ ਵੀਰ ਜੀ ਹੈ। ਪੈਂਡੇ ਖਾਨ ਜਿਹੜੇ ਜੰਗੀ ਯੋਧੇ ਸੂਰਮੇ ਹੁੰਦੇ ਨਾ, ਚੰਗੇ ਯੋਧੇ ਤੀਰੰਦਾਜ਼ੀ ਦੇ ਵਿੱਚ ਕਹਿੰਦੇ ਉਹ ਇੱਕੋ ਵਾਰ ਨੂੰ ਚੰਗਿਆਂ ਸਮਝਦੇ ਹਨ ਕਿ ਇੱਕੋ ਵਾਰ ਜੇ ਅਗਲਾ ਵੈਰੀ ਇੱਕ ਵਾਰ ਕਰ ਦਵੇ, ਜੇ ਉਸ ਦਾ ਖਾਲੀ ਚਲੇ ਜਾਵੇ ਨਾ, ਫਿਰ ਅੱਗੋਂ ਜਿਹੜਾ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸੂਰਬੀਰ ਹੈ ਨਾ, ਸੋ ਉਹ ਇੱਕੋ ਵਾਰ ਕਰਨਾ ਚੰਗਾ ਸਮਝਦਾ, ਇਸ ਕਰਕੇ ਅਸੀਂ ਤੇਰੇ ਉੱਪਰ ਇੱਕੋ ਹੀ ਵਾਰ ਕਰਾਂਗੇ। ਦੋਹਰਾ ਫਿਰਕਤ ਵਾਰ ਸੋ ਮਰਦ ਮਹਿ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਵਾਰ-ਵਾਰ ਮੁੜ-ਮੁੜ ਕਰਕੇ ਕਹਿੰਦੇ ਜਿਹੜੇ ਮਰਦ ਹੁੰਦੇ ਹਨ, ਹੋਤ ਹਰਾਮੈ ਖੋਰ। ਕਹਿੰਦੇ ਮਰਦ ਵਾਰ ਨਹੀਂ ਕਰਦੇ ਮੁੜ-ਮੁੜ ਕੇ, ਵਾਰ-ਵਾਰ ਨਹੀਂ ਕਰਦੇ। ਜਿਹੜੇ ਹਰਾਮ ਖੋਰ ਹੁੰਦੇ ਹਨ, ਉਹ ਹਰਾਮ ਖੋਰ ਵਾਰ-ਵਾਰ ਵਾਰ ਕਰਦੇ ਨੇ ਯੁੱਧ ਭੂਮੀ ਦੇ ਵਿੱਚ। ਸੋ ਜਿਹੜੇ ਸੂਰਬੀਰ ਹੁੰਦੇ ਹਨ, ਜਿਹੜੇ ਮਰਦ ਜੰਗੀ ਜਰਨੈਲ ਯੋਧੇ ਹੁੰਦੇ ਹਨ, ਸੋ ਉਹ ਯੁੱਧ ਭੂਮੀ ਦੇ ਵਿੱਚ ਇੱਕੋ ਹੀ ਵਾਰ ਕਰਦੇ ਹਨ ਜੇ। ਜਾਂ ਤੇ ਪਲਟਾ ਹਮ ਕਰੈ। ਸੋ ਇਸ ਕਰਕੇ ਤੇਰੇ ਵੱਲੋਂ ਕੀਤੇ ਹੋਏ ਤੀਰਾਂ ਦੇ ਵਾਰਾਂ ਦਾ ਪਲਟਾ ਅਸੀਂ ਕਰਾਂਗੇ, ਬਦਲਾ ਲਵਾਂਗੇ। ਇੱਕ ਖਤੰਗ ਕਹੂ ਸ਼ੋਰ। ਇੱਕੋ ਹੀ ਤੀਰ ਛੱਡ ਕਰਕੇ ਤੇਰੇ ਵੱਲੋਂ 2 ਵਾਰ ਕੀਤੇ ਸੀ, ਉਹ ਦੋਵੇਂ ਤੀਰਾਂ ਦਾ ਬਦਲਾ ਇੱਕ ਤੀਰ ਦੇ ਨਾਲ ਲਵਾਂਗੇ, ਆਪਣੇ ਧਨਖ ਦੇ ਵਿੱਚੋਂ ਤੀਰ ਛੱਡ ਕਰਕੇ। ਸ਼ਾਬਾਸ਼ ਛੰਦ ਇਵੇਂ ਕਹਿ ਫੇਰੀਐ। ਸੋ ਇਸ ਤਰ੍ਹਾਂ ਕਹਿ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਫੇਰਿਆ ਘੋੜੇ ਨੂੰ ਚਲਾਇਆ ਹੈ। ਗੁਰ ਹੈ ਪ੍ਰੇਰਿਓ। ਗੁਰੂ ਸਾਹਿਬ ਜੀ ਨੇ ਜਿਹੜਾ ਘੋੜਾ ਹੈ ਉਸ ਨੂੰ ਪ੍ਰੇਰਿਆ, ਇੱਧਰ ਉੱਧਰ ਚਲਾਇਆ, ਸੱਜੇ ਖੱਬੇ। ਬਨ ਸਾਵਧਾਨ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਇਹ ਪੈਂਡੇ ਖਾਨ ਸਾਵਧਾਨ ਹੋ ਜਾ, ਤੇਰੇ ਉੱਪਰ ਅਸੀਂ ਵਾਰ ਕਰਨ ਲੱਗੇ ਹਾਂ। ਕਹੇ ਇੱਕ ਬਨ ਹੈ। ਸੋ ਹੱਥ ਦੇ ਵਿੱਚ ਪੱਥੇ ਦੇ ਵਿੱਚੋਂ ਤਿੱਖਾ ਤੀਰ ਕੱਢ ਕਰਕੇ ਸਤਿਗੁਰੂ ਸਾਹਿਬ ਜੀਆਂ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ, ਆਖਿਆ ਇਹ ਪੈਂਡੇ ਖਾਨ ਸਾਵਧਾਨ ਹੋ ਜਾ, ਤੇਰੇ ਵੱਲ ਨੂੰ ਸਾਡੇ ਤੀਰ ਦਾ ਵਾਰ ਆਉਣ ਲੱਗਾ ਹੈ। ਚੌਹ ਦਿਸ਼ ਖਾਨੇ ਹੈ। ਸੋ ਚੌਹਾਂ ਦਿਸ਼ਾਵਾਂ ਵੱਲ ਵੇਖਿਆ ਸਤਿਗੁਰੂ ਸਾਹਿਬ ਜੀਆਂ ਨੇ, ਇੱਧਰ ਉੱਧਰ ਫਿਰ ਕੇ ਘੋੜੇ ਉੱਪਰ ਫੇਰ ਕੇ ਕੰਨ ਹੈ। ਸੋ ਘੋੜੇ ਦੇ ਉੱਪਰ ਚੜੇ ਹਨ ਸਤਿਗੁਰੂ ਸਾਹਿਬ ਜੀ, ਚੌਹਾਂ ਦਿਸ਼ਾਵਾਂ ਵੱਲ ਵੇਖਿਆ ਹੈ। ਪੈਂਡੇ ਖਾਨ ਨੇ ਜਿਸ ਤਰ੍ਹਾਂ ਸਰੀਰ ਦੇ ਉੱਪਰ ਸੰਜੋਗ ਪਾਈ ਸੀ ਨਾ, ਉਸ ਦੇ ਚਾਰੇ ਸੁਪੇਰੇ ਵੇਖਿਆ ਸਰੀਰ ਦੇ ਆਲੇ ਦੁਆਲੇ ਬਖਤਰ ਬੰਦੀ ਹੈ, ਕਿਉਂਕਿ ਉਸਨੇ ਆਪਣੇ ਸਰੀਰ ਦੇ ਉੱਪਰ ਜਿਹੜੀ ਸੰਜੋਗ ਸੀ ਨਾ ਉਹ ਬੰਨੀ ਹੋਈ ਹੈ। ਗੁਰ ਸਰ ਸੰਧੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਿਹੜਾ ਤੀਰ ਹੈ ਨਾ, ਸੋ ਧਨਖ ਦੇ ਚੱਲੇ ਤੇ ਸਿੰਧ ਲਿਆ ਹੈ, ਜੋੜ ਲਿਆ ਹੈ ਜੇ। ਸਭ ਤਨ ਸ਼ਾਂਦੀ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਤੀਰ ਜੋੜ ਲਿਆ ਸਤਿਗੁਰੂ ਸਾਹਿਬ ਜੀਆਂ ਨੇ, ਸੋ ਸਭ ਤਨ ਛਾਂਦੇ ਹੈ। ਸੋ ਜਿਹੜਾ ਪੈਂਡੇ
ਖਾ ਹੈ ਨਾ ਉਹਦਾ ਸਾਰਾ ਸਰੀਰ ਸੰਜੋਗ ਦੇ ਨਾਲ ਢੱਕਿਆ ਹੋਇਆ, ਲੋਹੇ ਦੇ ਨਾਲ ਮੜਿਆ ਹੋਇਆ ਹੈ ਜੀ। ਇਤਨਾ ਦਿਖਾ ਦੀਐ ਸੋ ਕਿਤੇ ਵੀ ਖਾਲੀ ਅੰਗ ਨਹੀਂ ਦਿਖਾਈ ਦਿੰਦਾ ਕਿ ਜਿੱਥੇ ਅੰਗ ਖਾਲੀ ਦਿਖੇ ਉੱਥੇ ਤੀਰ ਮਾਰ ਦਵੇ। ਸਤਿਗੁਰੂ ਸਾਹਿਬ ਜੀ ਕਹਿੰਦੇ ਉੱਥੇ ਤੀਰ ਮਾਰ ਦਈਏ। ਇਸ ਕਰਕੇ ਪੈਂਡੇ ਖਾਂ ਦਾ ਸਾਰਾ ਜਿੰਨਾ ਸਰੀਰ ਹੈ ਲੋਹੇ ਦੀ ਸੰਜੋਗ ਦੇ ਨਾਲ ਢੱਕਿਆ ਹੋਇਆ ਹੈ। ਜਿਤ ਸਰ ਮਾਰਹਿ ਸੋ ਜਿੱਥੇ ਤੀਰ ਮਾਰ ਦਈਏ ਤਨ ਨਾ ਨਿਹਾਰਹਿ। ਸੋ ਕਹਿੰਦੇ ਤਨ ਜਿਹੜਾ ਸਰੀਰ ਹੈ ਨਾ ਉਹ ਦਿਖਾਈ ਨਹੀਂ ਦਿੰਦਾ, ਸਾਰਾ ਢੱਕਿਆ ਹੋਇਆ ਹੈ ਸੰਜੋਗ ਦੇ ਨਾਲ। ਬਖਤਰ ਸੰਗਹਿ ਸੋ ਬਖਤਰ ਦੇ ਨਾਲ ਸੰਜੋਗ ਦੇ ਨਾਲ ਸਾਰੇ ਅੰਗ ਪ੍ਰਤੰਗ ਜਿੰਨੇ ਢੱਕੇ ਹੋਏ ਹਨ। ਲਿਪਟਹਿ ਅੰਗਹਿ ਸੋ ਲਿਪਟ ਹੈ ਸਾਰੇ ਜਿੰਨੇ ਲੋਹੇ ਦੇ ਜਿਹੜੇ ਅੰਗ ਲਿਪਟੇ ਹੋਏ ਹਨ, ਲੋਹੇ ਦੇ ਥੱਲੇ ਕੱਜੇ ਹੋਏ ਹਨ ਜੇ। ਮਹਿਦ ਪਠਾਨ ਹੈ ਸੋ ਜਿਹੜਾ ਪਠਾਨ ਬੜਾ ਤਕੜਾ ਹੈ, ਬੜਾ ਜੰਗੀ ਯੋਧਾ ਹੈ ਪਠਾਨ। ਸਤਿਗੁਰੂ ਸਾਹਿਬ ਜੀ ਉਸ ਦੇ ਵੱਲ ਨੂੰ ਤੀਰ ਦੀ ਸੰਧੀ ਕਰਨ ਲੱਗੇ, ਤੀਰ ਮਾਰਨ ਲੱਗੇ ਨੇ। ਕਿਤ ਹਨ ਬਨ ਹੈ ਸੋ ਕਿਤ ਹਨ ਬਨ ਹੈ। ਸਤਿਗੁਰੂ ਸਾਹਿਬ ਜੀ ਵਿਚਾਰਾਂ ਕਰਦੇ ਕਿ ਕਿੱਥੇ ਬਾਣ ਛੱਡੀਏ। ਇਸ ਤਰ੍ਹਾਂ ਦੇਖਣ ਲੱਗ ਗਏ ਨੇ ਕਿ ਕੋਈ ਇਹਦਾ ਸਰੀਰ ਦਾ ਅੰਗ ਖਾਲੀ ਦਿਖੇ, ਸੋ ਉਸ ਅੰਗ ਤੇ ਸੋ ਤੀਰ ਮਾਰੀਏ। ਇਸ ਤਰ੍ਹਾਂ ਦੇਖਣ ਲੱਗ ਗਏ ਨੇ ਕਿਹੜਾ ਇਹਦੇ ਸਰੀਰ ਦਾ ਅੰਗ ਖਾਲੀ ਹੈ, ਉਸ ਨੂੰ ਦੇਖ ਰਹੇ ਨੇ ਸੱਚੇ ਪਾਤਸ਼ਾਹ ਜੀ। ਫਰ ਹੋ ਹਿਰਤ ਫਿਰ ਹਿਰਤ ਘੋੜੇ ਤੇ ਇੱਧਰ ਉੱਧਰ ਸੱਜੇ ਖੱਬੇ ਫਿਰ ਕੇ ਘੋੜੇ ਦੇ ਉੱਪਰ ਇੱਧਰ ਉੱਧਰ ਜਾ ਕਰਕੇ ਸੋ ਤੱਕਦੇ ਹਨ ਪੈਂਡੇ ਖਾਂ ਦੇ ਸਰੀਰ ਨੂੰ। ਆਏ ਬਾਰ ਪ੍ਰੇਰਿਤ ਸੋ ਘੋੜੇ ਨੂੰ ਬਹੁਤ ਵਾਰ ਪ੍ਰੇਰਦੇ ਹਨ ਸੱਚੇ ਪਾਤਸ਼ਾਹ, ਕਦੀ ਸੱਜੇ ਕਦੇ ਖੱਬੇ ਕਦੇ ਪਿੱਛੇ ਕਦੇ ਅੱਗੇ। ਇਸ ਤਰ੍ਹਾਂ ਘੋੜੇ ਨੂੰ ਪ੍ਰੇਰਦੇ ਹਨ ਪੈਂਡੇ ਖਾਂ ਦੇ ਸਰੀਰ ਨੂੰ ਤੱਕਦੇ ਕਿ ਕੋਈ ਖਾਲੀ ਅੰਗ ਦਿਖੇ, ਉੱਥੇ ਅਸੀਂ ਤੀਰ ਦਾ ਵਾਰ ਕਰੀਏ ਇਸ ਦੇ ਉੱਪਰ। ਤਨ ਸਰ ਜੋਰੀਐ ਸੋ ਫਿਰ ਧਨਖ ਦੇ ਵਿੱਚ ਜਿਹੜਾ ਜਿਹੜਾ ਤੀਰ ਹੈ ਨਾ ਉਹ ਚਿੱਲੇ ਤੇ ਜੋੜ ਲਿਆ ਹੈ ਕਲਗੀਧਰ ਪਾਤਸ਼ਾਹ ਜੀ ਨੇ। ਕਰ ਕਰ ਜੋਰੀਐ ਸੋ ਆਪਣੇ ਹੱਥਾਂ ਦੇ ਪੂਰੇ ਜ਼ੋਰ ਦੇ ਨਾਲ ਜੋੜਿਆ ਤੀਰ ਨੂੰ। ਲਛ ਨਹਿ ਟੋਰੀਐ ਸੋ ਲਛ ਜਿਹੜਾ ਲਕਸ਼ ਹੈ ਨਾ, ਸੋ ਨਿਸ਼ਾਨਾ ਹੈ ਨਾ, ਉਹ ਦਿਖਦਾ ਨਹੀਂ ਸਤਿਗੁਰੂ ਸਾਹਿਬ ਜੀ ਆ ਨੂੰ। ਸੋ ਪੈਂਡੇ ਖਾਂ ਦਾ ਸਾਰਾ ਹੀ ਸਰੀਰ ਸੰਜੋਗ ਦੇ ਨਾਲ ਢੱਕਿਆ ਹੋਇਆ ਹੈ, ਕੋਈ ਵੀ ਥਾਂ ਖਾਲੀ ਨਹੀਂ ਦਿਖਦੀ, ਕੋਈ ਵੀ ਅੰਗ ਨਹੀਂ ਖਾਲੀ ਦਿਖਦਾ। ਇਮ ਨਹਿ ਸ਼ੋਰੀਐ ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿਸ ਤਰ੍ਹਾਂ ਛੱਡ ਦਈਏ, ਤਿਕਰਾ ਇਸ ਦਾ ਕੋਈ ਅੰਗ ਨਹੀਂ ਦਿਖਾਈ ਦਿਖ ਰਿਹਾ ਜਿੱਥੇ ਤੀਰ ਦਾ ਨਿਸ਼ਾਨਾ ਸਿੰਧ ਸਕੀਏ। ਫਿਰ ਬਹੁ ਦੇਖਤ ਸਤਿਗੁਰੂ ਸਾਹਿਬ ਜੀ ਨੇ ਫੇਰ ਬਹੁਤ ਵਾਰ ਦੇਖਿਆ ਹੈ, ਸਰੀਰ ਦਾ ਅੰਗ ਪ੍ਰਤੰਗ ਖਾਲੀ ਟੋਲਿਆ ਹੈ, ਦੇਖਣਾ ਕੀਤਾ ਕਿ ਕੋਈ ਖਾਲੀ ਅੰਗ ਦਿਖੇ ਦੇ ਤੇ ਸੰਜੋਗ ਨਾ ਪੈਣੀ ਹੋਵੇ। ਨਗਨ ਪਰੇ ਖਤ ਸੋ ਨਗਨ ਪਰਖਿਅਤ ਸਤਿਗੁਰੂ ਸਾਹਿਬ ਜੀ ਪਰਖਦੇ ਹਨ, ਦੇਖਦੇ ਹਨ ਕਿ ਕੋਈ ਜਿਹੜਾ ਸਰੀਰ ਹੈ ਨਾ ਉਹ ਅੰਗ ਖਾਲੀ ਦਿਖ ਪਵੇ, ਉਸ ਤੇ ਤੀਰ ਦਾ ਨਿਸ਼ਾਨਾ ਦਾਗ ਦਈਏ। ਵੇਖ ਜਬ ਨੀਕ ਹੈ ਸੋ ਜਦੋਂ ਸਤਿਗੁਰੂ ਸਾਹਿਬ ਜੀ ਨੇ ਚੰਗਾ ਨਿਸ਼ਾਨਾ ਦੇਖਿਆ ਹੈ, ਸ਼੍ਰੋਣ ਨਜੀਕ ਹੈ ਸੋ ਜਿਹੜਾ ਕੰਨ ਹੈ ਨਾ ਉਹਦੇ ਕੰਨ ਦੇ ਪਾਸ ਜਿਹੜੀ ਪੁੜਪੜੀ ਹੈ ਉਹ ਖਾਲੀ ਦੇਖੀ ਹੈ ਸਤਿਗੁਰੂ ਸਾਹਿਬ ਜੀਆਂ ਨੇ। ਨਗਨ ਸੋ ਥੋਰੀ ਹੈ ਥੋੜੀ ਜੀ ਨਗਨ ਖਾਲੀ ਸੀ ਪੁੜਪੜੀ ਵਾਲਾ ਥਾਂ। ਗੁਰ ਜਬ ਟੋਰੀ ਹੈ ਸੋ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਟੋਲ ਲਿਆ ਹੈ, ਪਰਖ ਲਿਆ ਹੈ, ਦੇਖ ਲਿਆ ਪੁੜਪੜੀ ਵਾਲਾ ਥਾਂ ਖਾਲੀ, ਕੰਨ ਦੇ ਥੋੜਾ ਜਿਹਾ ਉੱਪਰ ਤਹ ਤੱਕ ਬਨ ਹੈ ਸੋ ਪੁੜਪੜੀ ਦਾ ਨਿਸ਼ਾਨਾ ਤੱਕ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੀਰ ਛੱਡਣ ਲੱਗੇ, ਸੰਧਣ ਲੱਗੇ ਹਨ, ਛੱਡਣ ਲੱਗੇ ਨਾ ਤੱਕ ਕੇ ਨਿਸ਼ਾਨਾ ਪੁੜਪੜੀ ਤੇ। ਸਤ ਨਿਸ਼ਾਨ ਹੈ ਸੋ ਸਿਸਤ ਨਿਸ਼ਾਨਾ ਤੱਕਿਆ ਸਤਿਗੁਰੂ ਸਾਹਿਬ ਜੀਆਂ ਨੇ। ਖਰ ਖਪਰਾ ਧਰ ਸੋ ਤਦੋਂ ਧਨਖ ਦੇ ਵਿੱਚ ਜਿਹੜਾ ਖਪੜਾ ਜਿਹੜਾ ਚੌੜਾ ਤੀਰ ਸੀ ਨਾ, ਤਿੱਖਾ ਤੀਰ ਸਤਿਗੁਰੂ ਸਾਹਿਬ ਜੀਆਂ ਨੇ ਧਨਖ ਦੇ ਚੱਲੇ ਤੇ ਚੰਗੀ ਤਰ੍ਹਾਂ ਜੋੜਿਆ ਹੋਇਆ ਹੈ, ਧਰਿਆ ਹੈ। ਤਨ ਗੁਣ ਮੈਂ ਭਰ ਸੋ ਧਨ ਦੇ ਵਿੱਚ ਜਿਹੜਾ ਗੁਣ ਹੈ ਚੱਲੇ ਤੇ ਜੋੜ ਕਰਕੇ, ਜਿਹੜੀ ਬਾਗੜ ਹੈ ਉਹ ਤੰਦੀ ਤੇ ਜੋੜ ਕਰਕੇ ਖਿੱਚੀ ਹੈ ਸਤਿਗੁਰੂ ਸਾਹਿਬ ਜੀਆਂ ਨੇ ਬਹੁਤ ਜ਼ੋਰ ਦੇ ਨਾਲ। ਕਰ ਖਤ ਆਸ਼ੀਐ ਸੋ ਕਹਿੰਦੇ ਕਰ ਖਤ ਆਸ਼ਿਆ ਸਤਿਗੁਰੂ ਸਾਹਿਬ ਜੀ ਉਹ ਜਿਹੜਾ ਤੀਰ ਸੀ ਨਾਲ, ਸੋ ਉਹ ਖਿੱਚ ਕਰਕੇ ਚੰਗੀ ਤਰ੍ਹਾਂ ਤੀਰ ਖਿੱਚਿਆ ਹੈ, ਫਿਰ ਉਸ ਨੂੰ ਛੱਡਣ ਲੱਗੇ ਹਨ। ਸ਼ੋਰਨ ਬਾਸ਼ੀਐ ਸੋ ਛੋੜਨਾ ਚਾਹੁੰਦੇ ਹਨ, ਤੀਰ ਛੱਡਣਾ ਚਾਹੁੰਦੇ ਹਨ, ਨਿਸ਼ਾਨਾ ਬਨ ਕੇ ਪੁੜਪੜੀ ਦਾ ਪੈਂਡੇ ਖਾਂ ਦੇ। ਸਰਪ ਸਮਾਨ ਹੈ ਸੋ ਗੁਰੂ ਕੇ ਪਿਆਰਿਓ ਜਿਹੜਾ ਤੀਰ ਛੱਡਿਆ ਹੈ ਕਹਿੰਦੇ ਸੱਪ ਦੇ ਸਮਾਨ ਹੈ। ਸੋ ਜਿਹੜਾ ਫਨੀਅਰ ਸੱਪ ਹੁੰਦਾ ਨਾ ਬੜਾ ਜ਼ਰੀਲਾ, ਉਡਵੇਂ ਸੱਪ ਵਾਂਗੂ ਤੀਰ ਗਿਆ ਹੈ ਜੇ। ਛੁੱਟਤ ਪਿਆਨ ਹੈ ਸੋ ਕਹਿੰਦੇ ਸ਼ੁੱਧਤ ਛੇਤੀ ਹੀ ਸਤਿਗੁਰੂ ਸਾਹਿਬ ਜੀ ਨੇ ਤੀਰ ਛੱਡਿਆ ਹੈ, ਬਹੁਤ ਕਾਹਲੀ ਦੇ ਨਾਲ ਉਡਵੇਂ ਸੱਪ ਵਾਂਗੂ ਤੀਰ ਗਿਆ ਹੈ ਜੇ। ਢਿੱਗ ਥਲ ਕਾਨਿਐ ਸੋ ਇਸੇ ਤਰ੍ਹਾਂ ਹੀ ਕਹਿੰਦੇ ਤੀਰ ਜਦੋਂ ਛੱਡਿਆ ਹੈ ਨਾਲ, ਸੋ ਢਿੱਗ ਥਲ ਕਾਨਿਆ, ਕੰਨ ਦੇ ਉੱਪਰ ਵਾਲੀ ਥਾਂ ਜਿਹੜੀ ਪੁੜਪੜੀ ਹੈ, ਸੋ ਪੁੜਪੜੀ ਦੇ ਵਿੱਚ ਜਾ ਵੱਜਾ ਸਤਿਗੁਰੂ ਸਾਹਿਬ ਜੀ ਦੇ ਵੱਲੋਂ ਛੱਡਿਆ ਹੋਇਆ ਤੀਰ। ਲਗਤ ਸੋ ਬਾਨਿਐ ਸੋ ਲੱਗਦੇ ਸਾਰ ਜਿਹੜਾ ਬਾਣ ਜਿਹੜਾ ਤੀਰ
ਤੀਰ ਹੈ ਪੁੜਪੜੀ ਦੇ ਵਿੱਚ ਜਾ ਲੱਗਾ ਹੈ। ਭੁਜੰਗ ਪ੍ਰਿਆਤ ਛੰਦ ਲੱਗਿਓ ਬਾਣ ਕਾਨੰ ਸੋ ਗੁਰੂ ਕੇ ਪਿਆਰਿਓ, ਸਤਿਗੁਰੂ ਸਾਹਿਬ ਜੀ ਦੇ ਵੱਲੋਂ ਛੱਡਿਆ ਹੋਇਆ ਉਡਵੇਂ ਸੱਪ ਵਰਗਾ ਜਿਹੜਾ ਤੀਰ ਆ, ਖਪਰਾ ਤੀਰ ਆ, ਪੈਂਡੇ ਖਾਂ ਦੀ ਪੁੜਪੜੀ ਦੇ ਵਿੱਚ ਜਾ ਧਸਿਆ, ਜਾ ਖੁੱਭਿਆ, ਜਾ ਲੱਗਾ ਹੈ। ਨਜੀਕੰ ਬਿਸਾਲਾ ਸੋ ਨਜੀਕੰ ਬੈਸਾਲਾ, ਕੰਨ ਦੇ ਨਜੀਕੰ ਕਹਿੰਦੇ ਲਾਗੇ ਹੀ ਬਹੁਤ ਤੇਜ਼ੀ ਦੇ ਨਾਲ ਜਿਹੜਾ ਤਿੱਖਾ ਤੀਰ ਜਾ ਵੱਜਿਆ ਹੈ। ਗਿਰਿਓ ਭੂਮ ਮੈਂ ਖਾਨ ਕੀਨੇ ਉਤਾਲਾ ਸੋ ਗੁਰੂ ਕੇ ਪਿਆਰਿਓ, ਤਦੋਂ ਜਿਹੜਾ ਭੂਮ ਜਿਹੜਾ ਪਠਾਨ ਸੀ ਨਾ, ਧਰਤੀ ਦੇ ਉੱਪਰ ਘੋੜੇ ਦੇ ਉੱਤੋਂ ਭਵਾਂਟੜੀ ਖਾ ਕਰਕੇ, ਉਲਟਬਾਜੀ ਖਾ ਕਰਕੇ ਜਾ ਡਿੱਗਾ ਥੱਲੇ। ਗਇਓ ਪਾਜ ਕੋਰਾ ਜਬੈ ਸ਼ੂਸ਼ ਹੋਵਾ ਸੋ ਜਦੋਂ ਘੋੜਾ ਖਾਲੀ ਹੋ ਗਿਆ, ਘੋੜੇ ਦੇ ਉੱਪਰ ਭਵਾਂਟੜੀ ਖਾ ਕਰਕੇ ਪੈਂਡੇ ਖਾਂ ਧਰਤੀ ਤੇ ਜਾ ਡਿੱਗਾ ਨਾ, ਇਹਦਾ ਖਾਲੀ ਜਿਹੜਾ ਘੋੜਾ ਹੈ ਸ਼ੂਸ਼ ਖਾਲੀ ਹੋ ਗਿਆ ਹੈ। ਫਿਰ ਇਧਰ ਆਪਣੇ ਸੋ ਖਾਲੀ ਦੇ ਕਰਕੇ ਘੋੜਾ ਭੱਜ ਗਿਆ ਹੈ ਉਥੋਂ ਲਾਗੋਂ। ਪਰਿਓ ਵੀਰ ਭਾਰੋ ਚਮੂ ਧੌਣ ਜੀਵਾ ਸੋ ਗੁਰੂ ਕੇ ਪਿਆਰਿਓ, ਦੋਵੇਂ ਤਰਫਾਂ ਦੋਵੇਂ ਦਲਾਂ ਦੇ ਵਿੱਚ ਬੜੇ ਜੰਗੀ ਯੋਧੇ ਵੀਰ ਨਾਲ ਇਹ ਯੁੱਧ ਨੂੰ ਦੇਖ ਰਹੇ ਹਨ। ਸਤਿਗੁਰੂ ਸਾਹਿਬ ਜੀ ਦੇ ਵੱਲੋਂ ਛੱਡਿਆ ਹੋਇਆ ਤੀਰ ਜਿਸ ਤਰ੍ਹਾਂ ਪੈਂਡੇ ਖਾਂ ਦੀ ਪੁੜਪੜੀ ਦੇ ਵਿੱਚ ਜਾ ਖੁੱਭਿਆ ਹੈ, ਨਾਲ ਸਾਰੇ ਸੂਰਮੇ ਇਹ ਤਮਾਸ਼ੇ ਨੂੰ ਦੇਖ ਰਹੇ ਹਨ। ਗੁਰੂ ਸਾਹਿਬ ਖੈਂਚੀ ਵੱਡੀ ਤਾਤ ਕਾਲਾ ਸੋ ਛੇਤੀ ਹੀ ਤਤਕਾਲ ਝਟਪਟ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਿਹੜੀ ਤਿੱਖੀ ਲੰਮੀ ਤਿੱਖੀ ਜਿਹੜੀ ਤਲਵਾਰ ਹੈ ਨਾ, ਸਿੱਧੀ ਤਲਵਾਰ ਹੈ, ਸਤਿਗੁਰੂ ਸਾਹਿਬ ਜੀ ਨੇ ਖਿੱਚੀ ਆ ਮਿਆਨ ਦੇ ਵਿੱਚੋਂ। ਭਏ ਸੀਸ ਉਪੈ ਖਰੇ ਕੈ ਉਤਾਲਾ ਸੋ ਛੇਤੀ ਹੀ ਤਤਕਾਲ ਝਟਪਟ ਹੀ ਸਤਿਗੁਰੂ ਸਾਹਿਬ ਜੀ ਪੈਂਡੇ ਖਾਂ ਦੇ ਸਿਰ ਦੇ ਉੱਪਰ ਸਰਾਣੇ ਵਾਲੇ ਬੰਨੇ ਜਾ ਖਲੋਤੇ ਹਨ। ਨੰਗੀ ਕਿਰਪਾਨ ਹੱਥ ਦੇ ਵਿੱਚ ਫੜੀ ਹੋਈ ਹੈ, ਸੈਫ ਤਿੱਖੀ ਸਿੱਧੀ ਕਿਰਪਾਨ। ਵਿਖੇ ਭੀਮ ਰੂਪੰ ਭਇਓ ਖਾਨ ਪੀਰਾ ਸੋ ਜਦੋਂ ਪਠਾਨ ਨੇ ਪੈਂਡੇ ਖਾਂ ਨੇ ਸਤਿਗੁਰੂ ਸਾਹਿਬ ਜੀ ਦਾ ਬੜਾ ਭਿਅੰਕਰ ਰੂਪ ਵੇਖਿਆ, ਬੜਾ ਵੀਰ ਰਸ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਸਰੂਪ ਤੱਕਿਆ ਹੈ ਨਾਲ, ਸੋ ਕਹਿੰਦੇ ਬੜਾ ਕਾਇਰ ਡਰਪੋਕ ਹੋ ਗਿਆ ਹੈ ਜੇ ਇਹ ਪੈਂਡੇ ਖਾਂ ਦੇ ਕਰਕੇ ਸਤਿਗੁਰੂ ਸਾਹਿਬ ਜੀ ਦੇ ਵੀਰ ਰਸ ਰੂਪ ਨੂੰ। ਮਹਾਤਰਾਸ ਮਾਨਿਓ ਮ੍ਰਿਤੂ ਤੇ ਅਧੀਰਾ ਸੋ ਕਹਿੰਦੇ ਮ੍ਰਿਤੂ ਮੌਤ ਦੇ ਅਧੀਨ ਹੋ ਕਰਕੇ ਬੜਾ ਡਰ ਮੰਨਿਆ ਪੈਂਡੇ ਖਾਂ ਨੇ, ਬੜਾ ਘਬਰਾ ਗਿਆ, ਕਾਇਰ ਹੋ ਗਿਆ ਹੈ ਜੇ। ਬਨੇ ਦੀਨ ਬੈਨੰ ਗੁਰੂ ਜੀ ਰੱਖੀ ਜੈ ਸੋ ਸਤਿਗੁਰੂ ਸਾਹਿਬ ਜੀਆਂ ਨੂੰ ਨਿਮਾਣਾ ਦੀਨ ਬਣ ਕਰਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਜੀ ਆਓ, ਮੈਨੂੰ ਰੱਖ ਲਵੋ, ਮੈਨੂੰ ਨਾ ਮਾਰੋ। ਸਤਿਗੁਰੂ ਸਾਹਿਬ ਜੀ ਆਓ, ਸੋ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ, ਸੋ ਮੇਰੇ ਵਿਚਾਰੇ ਦੇ ਕਿਰਪਾ ਕਰੋ, ਮੈਨੂੰ ਨਾ ਮਾਰਨਾ ਕਰੋ, ਜਿਉਂਦਾ ਰੱਖ ਦਵੋ। ਮਹਾ ਤੇ ਗਤੀ ਕੀ ਨ ਗਰੀਵਾ ਕਟੀ ਜੈ ਸੋ ਗੁਰੂ ਕੇ ਪਿਆਰਿਓ, ਸਤਿਗੁਰੂ ਸਾਹਿਬ ਜੀ ਨੂੰ ਪੈਂਡੇ ਖਾਂ ਕਹਿੰਦਾ ਹੈ, ਹੇ ਸੱਚੇ ਪਾਤਸ਼ਾਹ ਜੀ ਮੈਨੂੰ ਵਿਚਾਰੇ ਨੂੰ ਰੱਖ ਲਓ। ਆਪ ਜੀ ਦੀ ਜਿਹੜੀ ਕਿਰਪਾਨ ਹੈ ਨਾ ਬੜੀ ਤਿੱਖੀ ਹੈ, ਸੋ ਆਪ ਜੀ ਦੀ ਜਿਹੜੀ ਸੈਫ ਜਿਹੜੀ ਤਿੱਖੀ ਸਿੱਧੀ ਕਿਰਪਾਨ ਬਹੁਤ ਜ਼ਿਆਦਾ ਤਿੱਖੀ ਹੈ, ਮੇਰੀ ਧੌਣ ਵੱਢ ਦਵੇਗੀ। ਸਤਿਗੁਰੂ ਸਾਹਿਬ ਜੀ ਮੇਰੀ ਧੌਣ ਨਾ ਵੱਢਿਓ, ਮੈਨੂੰ ਬਚਾ ਲਵੋ, ਰੱਖ ਲਵੋ, ਕਿਰਪਾ ਕਰ ਦੋ। ਪ੍ਰਭੂ ਫਿਰ ਬੋਲੇ ਪਠਾਨਾ ਸੰਭਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ, ਇਹ ਪਠਾਨਾ ਸੰਭਾਲ ਆਪਣੇ ਆਪ ਨੂੰ। ਅਬੈ ਰੱਖ ਬੇਕੋ ਲਖਿਓ ਕੌਣ ਕਾਲੋ ਸੋ ਹੁਣ ਤੈਨੂੰ ਰੱਖਣ ਦਾ ਕਿਹੜਾ ਸਮਾਂ? ਇੱਕ ਤਾਂ ਤੇਰੀ ਪੁੜਪੜੀ ਦੇ ਵਿੱਚ ਤੀਰ ਜਾ ਵੱਜਾ ਹੈ, ਜਿਹਦਾ ਫੱਟ ਬੜਾ ਜ਼ਿਆਦਾ ਖੁੱਬ ਬੜਾ ਗਹਿਰਾ ਫੱਟ ਲੱਗਾ ਹੈ। ਸੋ ਜੇ ਤੈਨੂੰ ਉਤਨਾ ਛੱਡ ਦਈਏ ਤੂੰ ਉਵੇਂ ਤੜਫ ਤੜਫ ਕੇ ਮਰ ਜਾਵੇਂਗਾ। ਇਸ ਕਰਕੇ ਹੁਣ ਸਮਾਂ ਨਹੀਂ ਹੈ ਜਿੰਦੇ ਰਹਿਣ ਦਾ ਜਾਂ ਆਪਣੀ ਜਾਨ ਦੀ ਖੈਰ ਮੰਗਾਉਣ ਦਾ। ਸੋ ਹੁਣ ਸਮਾਂ ਨਹੀਂ ਹੈ ਲੇਲੜੀਆਂ ਕੱਢਣ ਦਾ। ਕਰੋ ਯਾਦ ਕਲਮਾ ਲਖੋ ਪ੍ਰਾਨ ਅੰਤਾ ਇਸ ਕਰਕੇ ਨਾ ਅੰਤ ਦਾ ਸਮਾਂ ਜਾਣ ਕਰਕੇ ਕਿ ਹੁਣ ਤਾਂ ਮੇਰਾ ਮੌਤ ਦਾ ਹੀ ਸਮਾਂ ਆ ਗਿਆ ਹੈ, ਮਰਨ ਦਾ ਸਮਾਂ ਆ ਗਿਆ ਹੈ। ਹੁਣ ਜੋ ਜਿਹੜੀਆਂ ਕਲਮਾਂ ਹੈ ਨਾ ਉਹਨਾਂ ਦਾ ਧਿਆਨ ਕਰ, ਕਲਮਾਂ ਪੜ੍ਹਨੀਆਂ ਕਰ। ਇਹ ਪੈਂਡੇ ਖਾਨ ਮਹਾਬਾਣ ਕਾਵੰ ਬਚੈ ਨਾਕ ਕਦੰਤਾ ਸੋ ਜਿਹੜਾ ਬਹੁਤ ਭਿਆੰਕਰ ਜਿਹੜਾ ਬੜਾ ਭਿਆੰਕਰ ਜਿਹੜਾ ਵੱਡਾ ਤੀਰ ਹੈ ਨਾਲ, ਸੋ ਬੜੀ ਤੇਜ਼ੀ ਨਾਲ ਤੇਰੇ ਪੁੜਪੁੜੀ ਦੇ ਛੱਡਿਆ ਹੈ, ਜਿਸ ਕਰਕੇ ਬੜਾ ਵੱਡਾ ਫੱਟ ਲੱਗਾ ਹੈ, ਵੱਡਾ ਘਾਵ ਹੋ ਗਿਆ, ਜਿਸ ਕਰਕੇ ਤੂੰ ਬਚ ਨਹੀਂ ਸਕਦਾ। ਇਹ ਪੈਂਡੇ ਖਾਨ ਇਮੰ ਬੋਲਤੇ ਸੈਫ ਸਾਫੰ ਚਲਾਈ ਸੋ ਗੁਰੂ ਕੇ ਪਿਆਰੋ ਇੰਨੇ ਬਚਨ ਕਰਦਿਆਂ ਕਰਦਿਆਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬੜੇ ਵੀਰ ਰਸ ਦੇ ਵਿੱਚ ਆ ਕਰਕੇ ਜਿਹੜੀ ਸੈਫ ਹੈ ਨਾ ਸਿੱਧੀ ਕਿਰਪਾਨ ਚਲਾ ਦਿੱਤੀ, ਇਹਦੀ ਧੌਣ ਵੱਢ ਦਿੱਤੀ, ਲਾਹ ਦਿੱਤੀ ਧੜ ਨਾਲ। ਜਦੋਂ ਰੁੰਡ ਤੇ ਮੁੰਡ ਕੀਨੋ ਤਦਾਈ ਸੋ ਤਦੋਂ ਰੁੰਡ ਮੁੰਡ ਕਰ ਦਿੱਤਾ ਹੈ, ਧੜ ਨਾਲੋਂ ਜਿਹੜਾ ਸਿਰ ਜੁਦਾ ਕਰ ਦਿੱਤਾ ਸਤਿਗੁਰੂ ਸਾਹਿਬ ਜੀਆਂ ਨੇ। ਇਸ ਦੇ ਧੌਣ ਦੇ ਉੱਪਰ ਗਰਦਨ ਦੇ ਉੱਪਰ ਸੈਫ ਚਲਾ ਕਰਕੇ ਜਬੈ ਮਾਰ ਲੀਨੋ ਭਏ ਛਤਰ ਦੀਨੰ ਸੋ ਜਦੋਂ ਇਸ ਨੂੰ ਮਾਰ ਦਿੱਤਾ ਨਾ 5000 ਰੁਤਬੇ ਵਾਲੇ ਪਠਾਨ ਨੂੰ, ਪੈਂਡੇ ਖਾਨ ਨੂੰ, ਇਹਦੀ ਸਾਰੀ ਜਿੰਨੀ ਫੌਜ ਸੀ ਅਧੀਨ ਹੋ ਗਈ ਹੈ, ਬੜੀ ਨਿਮਾਣੀ ਬਣ ਗਈ। ਸਤਿਗੁਰੂ ਸਾਹਿਬ ਜੀਆਂ ਦੇ ਸੂਰਮਿਆਂ ਦੇ ਅੱਗੇ ਅਧੀਨਤਾ ਹੋ ਗਈ ਹੈ। ਫਤਿਹ ਖਾਲਸੇ ਦੇਖ ਆਨੰਦ
ਕੀਨੰ। ਸੋ ਜਦੋਂ ਗੁਰੂ ਕੇ ਖਾਲਸੇ ਨੇ ਦੇਖਿਆ ਹੈ ਨਾ, ਬੜਾ ਜ਼ਿਆਦਾ ਆਨੰਦ ਮਾਣਿਆ, ਬੜੀਆਂ ਜ਼ਿਆਦੀਆਂ ਖੁਸ਼ੀਆਂ ਮਨਾਈਆਂ ਕਿ ਇੱਕ ਉਮਰਾਵ ਨੂੰ ਸਤਿਗੁਰੂ ਸਾਹਿਬ ਜੀ ਨੇ ਝਟਕਾ ਸੁੱਟਿਆ ਹੈ। ਬਜੇ ਦੀ ਹੈ ਬਾਜੇ ਸੋ ਧੌਂਸੇ ਤੂੰ ਸੋ ਗੁਰੂ ਕੇ ਘਾਰੇ। ਪਿਆਰਿਓ, ਤਦੋਂ ਵੱਡਾ ਰਣਜੀਤ ਨਗਾਰਾ ਸੀ ਨਾ, ਹੋਰ ਵੀ ਬਹੁਤ ਵੱਡੇ ਵੱਡੇ ਨਗਾਰੇ ਸੀ, ਉਹਨਾਂ ਉੱਪਰ ਦੋਹਰੀਆਂ ਚੋਟਾਂ ਵੱਜ ਉੱਠੀਆਂ ਹਨ, ਬੜੇ ਗੱਜ ਰਹੇ ਨੇ ਗੁਰੂ ਕੇ ਸੂਰਮੇ। ਆਪੋ ਆਪ ਮੈਂ ਵੀਰ ਬੰਕੇ ਬਕਾਰੇ। ਸੋ ਕਹਿੰਦੇ ਆਪੋ ਆਪਣ ਦੇ ਸਾਰੇ ਜਿਹੜੇ ਬੰਕੇ ਵੀਰ ਹਨ ਨਾ, ਜੰਗੀ ਯੋਧੇ, ਆਪੋ ਆਪ ਮੈਂ ਵੀਰ ਬੰਕੇ ਬਕਾਰੇ, ਨੌਜਵਾਨ ਜਿਹੜੇ ਬੰਕੇ ਜਰਨੈਲ ਹਨ, ਨੌਜਵਾਨ ਸੂਰਮੇ ਹਨ, ਸੂਰਬੀਰ ਯੋਧੇ ਹਨ। ਸੋ ਕਹਿੰਦੇ ਬੜੇ ਗੱਜਦੇ ਹਨ, ਇਸ ਤਰ੍ਹਾਂ ਨਗਾੜੇ ਵਜਾਉਂਦੇ ਜਿੱਤਦੇ। ਕਿਨੋ ਖੱਗ ਖੈਂਚੇ ਵੱਡੇ ਬਾੜ ਵਾਰੇ। ਸੋ ਇਸੇ ਤਰ੍ਹਾਂ ਕਈਆਂ ਨੇ ਖੱਗ ਕਹਿੰਦੇ ਤੇਗੇ ਖੈਂਚ ਕਿਤੇ ਗੇ ਮਿਆਨਾਂ ਦੇ ਵਿੱਚੋਂ ਖਿੱਚ ਲਏ ਹਨ, ਬਹੁਤ ਜ਼ਿਆਦੇ ਵਾਰ ਕੀਤੇ ਵੈਰੀਆਂ ਦੇ ਉੱਪਰ, ਤਿੱਖੇ ਵਾਰ, ਤਿੱਖੇ ਜਿਹੜੇ ਧਾਰ ਵਾਲੇ ਜਿਹੜੇ ਤੇਗੇ ਖਿੱਚ ਕਰਕੇ ਵੈਰੀਆਂ ਦੇ ਉੱਪਰ ਵਾਰ ਕੀਤੇ ਹਨ ਗੁਰੂ ਕੇ ਸੂਰਮਿਆਂ ਨੇ। ਮਹਾਜੁੱਧ ਜੂਝੇ ਜੁਝਾਰੇ ਕਰਾਰੇ। ਸੋ ਇੱਕੋ ਵਾਰ ਗੱਜ ਕਰਕੇ ਹੱਲਾ ਬੋਲ ਦਿੱਤਾ ਵੈਰੀਆਂ ਦੇ ਉੱਪਰ, ਲੜੇ ਨੇ, ਬੜੇ ਭਿੜੇ ਨੇ, ਬਹੁਤ ਜ਼ਿਆਦੇ ਜੁਝੇ ਨੇ, ਯੁੱਧ ਭੂਮੀ ਦੇ ਵਿੱਚ ਸ਼ਹੀਦੀਆਂ ਪਾਈ ਜਾ ਰਹੇ ਨੇ ਕਈ ਗੁਰੂ ਕੇ ਸੂਰਮੇ। ਤੁਫੰਗਾਨ ਕੋ ਮਾਰ ਕੈ ਏਕ ਬਾਰੀ। ਸੋ ਇੱਕੋ ਵਾਰ ਜੰਜੀਰਦਾਰ ਬੰਦੂਕਾਂ ਦੇ ਵਿੱਚੋਂ ਗੋਲੀਆਂ ਦੇ ਫੈਰ ਛੱਡੇ ਹਨ ਇਹਨਾਂ ਮੁਗਲਾਂ ਪਠਾਨਾਂ ਦੇ ਉੱਪਰ। ਮਿਲੀ ਦੋਨ ਸੈਨਾ ਪਿਰੇ ਭੇਰ ਭਾਰੀ। ਸੋ ਕਹਿੰਦੇ ਜਦੋਂ ਦੋਵੇਂ ਸੈਨਾ ਆਪਸ ਦੇ ਵਿੱਚ ਮਿਲੀਆਂ ਹਨ, ਦੋਵਾਂ ਦੇ ਟੱਕਰੇ ਹੋਏ ਹਨ, ਦੋਵੇਂ ਜਦੋਂ ਭਿੜੀਆਂ ਹਨ, ਬੜੇ ਭਿੜੇ ਹਨ, ਬੜੇ ਜ਼ਿਆਦੇ ਲੜੇ ਭਿੜੇ ਹਨ, ਭਾਰੀ ਭੇੜ ਹੋ ਗਿਆ ਗੁਰੂ ਕੇ ਸੂਰਮਿਆਂ ਦਾ ਉਧਰ ਪਠਾਣਾ ਤੁਰਕਾਂ ਦੇ ਨਾਲ। ਤਮਾਚੇ ਕਰਾ ਚੋਲ ਨੇਜੇ ਸੋ ਪ੍ਰਹਾਰੇ। ਤਮਾਚੇ ਪਿਸਤੌਲਾਂ ਦੇ ਵਿੱਚੋਂ ਬੜੇ ਗੋਲੀਆਂ ਦੇ ਫੈਰ ਦਾਗੇ ਨੇ ਵੈਰੀਆਂ ਦੀਆਂ ਛਾਤੀਆਂ ਦੇ ਉੱਪਰ। ਇਸੇ ਤਰ੍ਹਾਂ ਤਿੱਖੇ ਤੇਗੇ ਹਨ, ਤਿੱਖੇ ਤੇਗਿਆਂ ਦਾ ਵਾਰ ਕੀਤਾ ਹੈ, ਨੇਜਿਆਂ ਦਾ ਵਾਰ ਕੀਤਾ ਜ਼ਾਲਮਾਂ ਦੇ ਉੱਪਰ। ਗਰਿਓ ਸ਼ਰੋਨ ਭੂਮੰ ਦਬਿਓ ਖੇ ਹਸਾਰੇ। ਸੋ ਗੁਰੂ ਕੇ ਪਿਆਰਿਓ, ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਬੰਕੇ ਜੰਗੀ ਜਰਨੈਲ ਯੋਧੇ ਸੂਰਮੇ ਖਾਲਸੇ ਹਨ, ਉਹਨਾਂ ਨੇ ਫਿਰ ਕਹਿੰਦੇ ਵੈਰੀਆਂ ਦੇ ਉੱਪਰ ਬੜੇ ਤਿੱਖੇ ਧਾਰ ਤੇਗੇ ਮਾਰੇ ਹਨ, ਬਰਛਿਆਂ ਦੇ ਵਾਰ ਕੀਤੇ ਨੇ। ਫਿਰ ਵੈਰੀਆਂ ਦੇ ਸਰੀਰਾਂ ਦੇ ਬੜੇ ਭਾਰੀ ਫੱਟ ਲੱਗੇ ਨੇ। ਫਿਰ ਫੱਟ ਦੇ ਜਿੱਥੇ ਫੱਟ ਲੱਗੇ ਉੱਥੇ ਬਹੁਤਾ ਜ਼ਿਆਦਾ ਜਿਹੜਾ ਲਹੂ ਡੁੱਲਦਾ ਹੈ, ਕਈ ਵੈਰੀ ਮਿੱਟੀ ਦੇ ਵਿੱਚ ਹੀ ਦੱਬੇ ਗਏ ਨੇ ਯੁੱਧ ਭੂਮੀ ਵਾਲੇ ਥਾਂ ਤੇ। ਤਕ ਧੀਰੰਗ ਹਥਾਵਥ ਹੋਏ। ਸੋ ਕਹਿੰਦੇ ਹੱਥੋਂ ਹੱਥੀ ਬੜਾ ਤੱਕੋ ਤੱਕੀ ਲੱਗੇ ਹਨ, ਬੜਾ ਧੱਕਾ ਮਾਰਦੇ ਇੱਕ ਦੂਸਰੇ ਨੂੰ, ਟੁੱਟ ਕੇ ਪੈ ਜਾਂਦੇ ਹੱਲਾ ਕਰਦੇ ਹੋਏ। ਸੋ ਜਦੋਂ ਸ਼ਸਤਰ ਨਹੀਂ ਹੱਥ ਦੇ ਵਿੱਚ ਰਹਿੰਦੇ, ਫਿਰ ਹੱਥਾਂ ਦੇ ਨਾਲ ਹੀ ਹੱਥੋਂ ਹੱਥੀ ਜੱਫੋ ਜੱਫੀ ਲੱਗ ਜਾਂਦੇ ਨੇ ਜੰਗ ਲੜਨ ਨਾਲ। ਕਿਨ ਹੈ ਮਾਰ ਸਾਗੰ ਸੋ ਬੀਰੰਗ ਪਰੋਏ। ਸੋ ਕਈਆਂ ਨੂੰ ਮਾਰ ਕਰਕੇ ਕਹਿੰਦੇ ਜਿਹੜੀਆਂ ਬਰਛੀਆਂ ਨੇ ਨਾ ਲੋਹੇ ਦੀਆਂ, ਉਹ ਬਰਛੀਆਂ ਦੇ ਨਾਲ ਪਰੋ ਸੁੱਟੇ ਨੇ ਬਹੁਤੇ ਜ਼ਿਆਦੇ ਤੁਰਕ। ਪਿਖਿਓ ਭੀਮ ਜੁਧੰ ਨ੍ਰਿਪੰ ਭੀਮ ਸੋ ਚੰਦੰ। ਇਧਰ ਕਹਿਲੂਰੀ ਵਿਰਾਸਤ ਦਾ ਜਿਹੜਾ ਭੀਮ ਚੰਦ ਹੈ ਨਾ, ਜਦੋਂ ਗੁਰੂ ਕੇ ਸੂਰਮਿਆਂ ਦਾ ਬੜਾ ਭਿਆੰਕਰ ਯੁੱਧ ਵੇਖਿਆ ਹੈ ਨਾ, ਬੜਾ ਡਰ ਪੈ ਗਿਆ ਹੈ, ਬੜਾ ਡਰ ਮੰਨਿਆ ਆਪਣੇ ਹਿਰਦੇ ਦੇ ਵਿੱਚ ਭੀਮ ਚੰਦ ਰਾਜੇ ਨੇ। ਭਇਓ ਤਰਾਸ ਭਾਰੇ ਜੇ ਔਰੇ ਨਰਿੰਦੰ। ਸੋ ਕਹਿੰਦੇ ਹੋਰ ਵੀ ਜਿਹੜੇ ਰਾਜੇ ਪਾਸ ਮਦਨਪਾਲ ਵੀਰ ਸਿੰਘ ਸਾਰੇ ਜਿੰਨੇ ਵੀ ਖਲੋਤੇ ਸੀ ਰਾਜੇ ਨਾ, ਉਹਨਾਂ ਨੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਭੈ ਮੰਨਿਆ। ਬਾਈ ਧਾਰ ਦੇ ਰਾਜੇ ਨੇ ਗੁਰੂ ਕੇ ਸੂਰਮਿਆਂ ਦੇ ਜੰਗੀ ਯੋਧਿਆਂ ਦੇ ਵੱਲੋਂ ਹੁੰਦਾ ਹੋਇਆ ਯੁੱਧ ਵੇਖ ਕਰਕੇ। ਭਲਾਏ ਪਹਾਰੇ ਨਹੀਂ ਪਾਏ ਜਾਮੇ। ਸੋ ਉਹਨਾਂ ਨੇ ਪੈਰ ਨਹੀਂ ਜਮਾਏ ਯੁੱਧ ਭੂਮੀ ਦੇ ਵਿੱਚ, ਗੁਰੂ ਕੇ ਸੂਰਮਿਆਂ ਦੇ ਅੱਗੇ ਡਟ ਕਰਕੇ ਲੜੇ ਨਹੀਂ ਯੁੱਧ ਭੂਮੀ ਦੇ ਵਿੱਚੋਂ। ਕਾਇਰਾ ਵਾਂਗ ਡਰਪੋਕਾ ਵਾਂਗ ਭੱਜ ਉੱਠੇ ਹਨ ਜਾਨ ਬਚਾ ਕਰਕੇ। ਐਸਾ ਕਰੇ ਵੀਰ ਕੋ ਜੰਗ ਧਾਮੇ। ਸੋ ਕਹਿੰਦੇ ਪਿੱਛੇ ਬਹੁਤ ਜ਼ਿਆਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੂਰਬੀਰ ਯੋਧੇ ਸੀ ਨਾ, ਜੰਗ ਧਾਮੇ ਜੰਗ ਵਾਲੇ ਸਥਾਨ ਤੇ ਦੇਖ ਰਹੇ ਹਨ। ਬਟੋਹੇ ਲਕਾਲਾ ਸਭੈ ਸਿੰਘ ਧਾਏ। ਸੋ ਕਹਿੰਦੇ ਫਿਰ ਗੁਰੂ ਕੇ ਸੂਰਮਿਆਂ ਨੇ ਜਿਹੜੇ ਸੈਂਕੜੇ ਦੀ ਗਿਣਤੀ ਦੇ ਵਿੱਚ ਹੱਲਾ ਕੀਤਾ, ਵੈਰੀਆਂ ਦੇ ਉੱਪਰ ਧਾਵਾ ਬੋਲ ਕਰਕੇ ਪੈ ਗਏ ਹਨ। ਜਿਸ ਤਰ੍ਹਾਂ ਜਿਹੜਾ ਸਿੰਘ ਹੈ, ਸੋ ਜਿਹੜਾ ਸ਼ੇਰ ਹੁੰਦਾ ਹੈ ਨਾ, ਹੀਰਨਾਂ ਦੇ ਉੱਪਰ ਧਾਵਾ ਕਰਕੇ ਬੋਲਦਾ ਹੈ, ਧਾਵਾ ਕਰਕੇ ਪੈ ਜਾਂਦਾ ਹੈ, ਟੁੱਟ ਕੇ ਪੈ ਜਾਂਦਾ। ਉਸੇ ਤਰ੍ਹਾਂ ਗੁਰੂ ਕੇ ਸੂਰਮੇ ਕਿਹੜੀ ਸ਼ੇਰ ਵਾਂਗ ਤੁਰਕਾਂ ਦੇ ਉੱਪਰ ਪਠਾਨਾਂ ਦੇ ਉੱਪਰ ਟੁੱਟ ਕੇ ਪੈ ਗਏ ਹਨ ਹੱਲਾ ਕਰਕੇ। ਮਨੋ ਬ੍ਰਿੰਦ ਮ੍ਰਿੰਗਾਨ ਪੈ ਸਿੰਘ ਆਏ। ਸੋ ਕਹਿੰਦੇ ਮਾਨੋ ਕਹਿੰਦੇ ਜਿਸ ਤਰ੍ਹਾਂ ਸਿੰਘ ਪੈ ਜਾਂਦਾ, ਸ਼ੇਰ ਪੈ ਜਾਂਦਾ ਹੀਰਨਾਂ ਦੇ ਝੁੰਡ ਦੇ ਉੱਪਰ, ਉਸੇ ਤਰ੍ਹਾਂ ਗੁਰੂ ਕੇ ਸੂਰਮੇ ਤੁਰਕਾਂ ਦੇ ਉੱਪਰ ਪਠਾਨਾਂ ਦੇ ਉੱਪਰ ਧਾਵਾ ਕਰਦੇ ਹੱਲਾ ਕਰਦੇ ਪੈ ਗਏ ਨੇ ਟੁੱਟ ਕੇ। ਅਰੇ ਜੋ ਮਰੇ ਭੱਜ ਚਾਲੇ ਸੋ ਬਾਚੇ। ਜਿਹੜੇ ਤਾਂ ਯੁੱਧ ਭੂਮੀ ਦੇ ਵਿੱਚ ਡਟ ਕਰਕੇ ਅੜੇ ਰਹੇ ਵੈਰੀ, ਉਹ ਤਾਂ ਕਹਿੰਦੇ ਉੱਥੇ ਹੀ ਸ਼ਹੀਦੀਆਂ ਪ੍ਰਾਪਤ ਕਰ ਗਏ। ਜਿਹੜੇ ਭੱਜ ਗਏ ਕਾਇਰਾ ਵਾਂਗ ਉਹ ਬਚ ਗਏ। ਭਇਓ ਤਰਾਸ ਭਾਰੀ ਮਹਾਰੋਸ ਰਾਚੇ। ਸੋ ਕਹਿੰਦੇ ਇਸ ਤਰ੍ਹਾਂ ਬੜਾ ਜ਼ਿਆਦਾ ਭਾਰੀ ਡਰ
ਪੈਦਾ ਹੋਇਆ ਹੈ। ਮਹਾਰੋਸ ਰਾਚੇ ਬੜੇ ਗੁੱਸੇ ਦੇ ਵਿੱਚ ਆਏ ਨੇ ਇਧਰ ਗੁਰੂ ਕੇ ਸੂਰਮੇ ਵੀ। ਫਿਰ ਮਾਸ ਖਾਤੇ ਸਮੂਹੰ ਸ਼ਿਗਾਲਾ। ਸੋ ਇਧਰ ਜਿੰਨੇ ਸਮੂਹ ਗਿੱਦੜ ਹਨ ਇਹਨਾਂ ਵੈਰੀਆਂ ਦਾ ਤੁਰਕਾਂ ਦਾ ਮਾਸ ਖਾਂਦੇ ਫਿਰ ਰਹੇ ਨੇ ਯੁੱਧ ਭੂਮੀ ਵਾਲੇ ਥਾਂ ਤੇ। ਗਣੰਗ ਸਵਾਮ ਪੱਖੇ ਹੈ ਪੁਕਾਰੇ ਕਰਾਲਾ। ਸੋ ਕਹਿੰਦੇ ਇਸੇ ਤਰ੍ਹਾਂ ਹੀ ਮਾਸ ਖਾ ਰਹੇ ਹਨ ਜਿਹੜੇ ਸਵਾਨ ਹਨ, ਕੁੱਤੇ ਹਨ, ਮਾਸ ਖਾ ਖਾ ਕਰਕੇ ਬੜੀ ਉੱਚੀ ਉੱਚੀ ਵਿਆਕਦੇ ਹਨ, ਬੜੀ ਉੱਚੀ ਉੱਚੀ ਭੌਂਕਦੇ ਨੇ, ਬੜਾ ਭਿਆਨਕ ਆ। ਬੜੇ ਗ੍ਰਿਜ ਕਾਕੰ ਉਡੈ ਗੈਨ ਮਾਹੀ। ਅਸਮਾਨ ਦੇ ਉੱਪਰ ਜਿਹੜੀਆਂ ਗਿਰਜਾਂ ਹਨ, ਕਾਂ ਹਨ, ਉੱਡ ਰਹੇ ਹਨ। ਨਚੀ ਜੋਗਣੀ ਸੀਸ ਬਾਰੰ ਖੇਡਾ। ਸੋ ਜਿਹੜੀਆਂ 68 ਜੋਗਣੀਆਂ ਹਨ ਉਹ ਵੀ ਵਾਲ ਖਲਾਰ ਕਰਕੇ ਯੁੱਧ ਭੂਮੀ ਵਾਲੇ ਥਾਂ ਤੇ ਨੱਚ ਰਹੀਆਂ ਹਨ ਜੇ। ਪਰੇ ਲੋਥ ਪੈ ਲੋਥ ਦੇਖੀ ਕਨੇਰੀ। ਸੋ ਕਵੀ ਜੀ ਕਹਿੰਦੇ ਉੱਥੇ ਯੁੱਧ ਵਾਲੇ ਸਥਾਨ ਤੇ ਜਿੰਨੇ ਤੁਰਕ ਪਠਾਨ ਹਨ ਉਹਨਾਂ ਦੀਆਂ ਲੋਥਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਨੇ ਗੁਰੂ ਕੇ ਸੂਰਮਿਆਂ ਨੇ, ਐ ਟੋਟੇ ਟੋਟੇ ਕਰਕੇ ਸੁੱਟ ਦਿੱਤੇ ਹਨ। ਕਟੀ ਹੱਥ ਪੈਰੰ ਸਮੂਹੰ ਬੇਖੇਰੀ। ਸੋ ਕਹਿੰਦੇ ਕਈਆਂ ਦੇ ਟੋਟੇ, ਕਈਆਂ ਦੀਆਂ ਬਾਹਾਂ ਲੱਤਾਂ ਵੱਢ ਦਿੱਤੀਆਂ, ਕਈਆਂ ਦੇ ਟੋਟੇ ਟੋਟੇ ਕਰਕੇ ਯੁੱਧ ਵਾਲੇ ਥਾਂ ਤੇ ਖਲਾਰ ਸੁੱਟੇ ਨੇ ਵੈਰੀ ਸਤਿਗੁਰੂ ਜੀ ਦੇ ਸੂਰਮਿਆਂ ਨੇ। ਪਠਾਣੀ ਚਮੂ ਮੁਗਲਾਣੀ ਮਰੀ ਹੈ। ਸੋ ਸਮੂਹ ਜਿੰਨੀ ਪਠਾਣੀ ਫੌਜ ਸੀ, ਮੁਗਲਾਂ ਦੀ ਜਿਹੜੀ ਫੌਜ ਸੀ, ਜਿਹੜੀ 10,000 ਦੀ ਗਿਣਤੀ ਦੇ ਵਿੱਚ ਆਈ ਸੀ ਨਾਲ, ਬਹੁਤ ਜ਼ਿਆਦਾ ਉਹਨਾਂ ਦੇ ਸੂਰਮੇ ਮਾਰ ਮੁਕਾਏ ਨੇ ਯੁੱਧ ਭੂਮੀ ਵਾਲੇ ਥਾਂ ਗੁਰੂ ਕੇ ਸੂਰਮਿਆਂ ਨੇ। ਰਹੀ ਜੀਵਤੀ ਜੰਗ ਦੇਖੇ ਡਰੀ ਸੋ ਹੈ। ਜਿਹੜੇ ਜਿਉਂਦੇ ਰਹਿ ਗਏ ਸੀ ਪਠਾਨ ਮੁਗਲ, ਉਹ ਜੰਗ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਡਰੇ ਭੈ ਭੀਤ ਹੋ ਗਏ ਹਨ ਜੇ। ਤੋ ਦੀਨ ਬੇਗੰ ਲਗਿਓ ਕਾਏ ਅੰਗੇ। ਸੋ ਇਧਰ ਜਿਹੜਾ ਦੀਨਾ ਬੇਗ ਸੀ ਨਾ 5000 ਫੌਜ ਦਾ ਜਿਹੜਾ ਰੁਤਬਾ ਰੱਖਦਾ ਸੀ, ਇਹ ਵੀ ਫੱਟੜ ਹੋ ਗਿਆ ਹੈ ਯੁੱਧ ਭੂਮੀ ਦੇ ਵਿੱਚ। ਪਿਸ਼ਾਰੀ ਹਟਿਓ ਭੀਮ ਦੇਖੇ ਭੁਜੰਗੇ। ਸੋ ਜਦੋਂ ਇਸ ਦੇ ਸਰੀਰ ਤੇ ਫੱਟ ਲੱਗੇ ਹਨ ਅੱਗੇ ਗੁਰੂ ਕੇ ਜਿਹੜੇ ਭੁਜੰਗੇ, ਜਿਹੜੇ ਬੜੇ ਜੰਗੀ ਜਰਨੈਲ ਸੂਰਮੇ ਵੇਖੇ ਹਨ, ਸੋ ਸੂਰਮਿਆਂ ਨੂੰ ਵੇਖ ਕਰਕੇ ਨਾ ਪਿੱਛੇ ਹਟ ਗਿਆ ਹੈ, ਜ਼ਖਮੀ ਹੋਇਆ। ਲਰੇ ਕੌਣ ਫੇਰੰ ਗਏ ਹਾਰ ਦੋ। ਸੋ ਗੁਰੂ ਕੇ ਪਿਆਰਿਓ ਕਵੀ ਜੀ ਕਹਿੰਦੇ ਦੋਵੇਂ ਇਹ ਉਮਰਾਵ ਸੀ, ਦੋਵੇਂ ਜਰਨੈਲ ਸੀ। ਇੱਕ ਨੂੰ ਤਾਂ ਸਤਿਗੁਰੂ ਸਾਹਿਬ ਨੇ ਯੁੱਧ ਭੂਮੀ ਦੇ ਵਿੱਚ ਪੈਂਡੇ ਖਾਨ ਨੂੰ ਝਟਕਾ ਸੁੱਟਿਆ ਹੈ, ਦੂਸਰਾ ਜਿਹੜਾ ਦੀਨਾ ਬੇਗ ਹੈ ਇਹਦੇ ਸਰੀਰ ਤੇ ਬੜੇ ਫੱਟ ਲੱਗੇ ਹਨ, ਇਹ ਵੀ ਕਾਇਰਾ ਵਾਂਗੂ ਡਰਪੋਕਾ ਵਾਂਗੂ ਭੱਜ ਉੱਠਿਆ ਹੈ। ਹੁਣ ਜਿਹੜੀ ਰਹਿੰਦੀ ਫੌਜ ਹੈ ਬਿਨਾਂ ਜਰਨੈਲਾਂ ਤੋਂ ਕਿਸ ਤਰ੍ਹਾਂ ਲੜੇ। ਬਿਲੋਕੈ ਪਲਾਏ ਥਰਿਓ ਹੈ ਨ ਕੋ। ਸਾਰੇ ਦੇਖ ਕਰਕੇ ਕਿ ਸਾਡੇ ਜਿਹੜੇ ਉਮਰਾਵ ਸਾਡੇ ਜਰਨੈਲ ਹਨ, ਇੱਕ ਤਾਂ ਮਰ ਗਿਆ, ਦੂਸਰਾ ਫੱਟੜ ਹੋ ਕਰਕੇ ਕਾਇਰਾ ਵਾਂਗ ਭੱਜ ਗਿਆ ਹੈ। ਇਹ ਸਾਰੀ ਫੌਜ ਵੇਖ ਕਰਕੇ ਇਹ ਵੀ ਜਿੱਧਰ ਜਿੱਧਰ ਇਹਨਾਂ ਨੂੰ ਥਾਂ ਦਿਖਦਾ ਹੈ, ਜਗ੍ਹਾ ਦਿਖਦੀ ਹੈ, ਜਾਨ ਬਚਾ ਕਰਕੇ ਉਧਰ ਉਧਰ ਭੱਜਣ ਲੱਗ ਗਈ ਹੈ ਸਾਰੀ ਮੁਗਲਾਂ ਪਠਾਣਾ ਦੀ ਫੌਜ। ਗਇਓ ਦੀਨ ਬੇਗੰ ਜਬੈ ਜੰਗ ਤਿਆਗੇ। ਸੋ ਕਹਿੰਦੇ ਜਦੋਂ ਦੀਨਾ ਬੇਗ ਨੇ ਜੰਗ ਤਿਆਗ ਦਿੱਤੀ, ਯੁੱਧ ਵਾਲੇ ਸਥਾਨ ਤੋਂ ਭੱਜ ਗਿਆ ਜਾਨ ਬਚਾ ਕਰਕੇ ਆਪਣੇ। ਬਿਨਾ ਤੀਰ ਜੋਧਾ ਆਪੋ ਆਪ ਭਾਗੇ। ਸੋ ਬਿਨਾ ਦੇਰੀ ਲਾਏ ਜਿੰਨੇ ਵੀ ਯੋਧੇ ਸੀ ਨਾ, ਪਠਾਨ ਸੀ, ਮੁਗਲ ਸੀ, ਕਹਿੰਦੇ ਇੱਧਰ ਉੱਧਰ ਜਿੱਧਰ ਇਹਨਾਂ ਨੂੰ ਜਗ੍ਹਾ ਦਿਖਦੀ ਹੈ ਆਪਣੀ ਜਾਨ ਬਚਾ ਕਰਕੇ ਭੱਜਣ ਲੱਗ ਗਏ ਹਨ ਜੇ। ਇਸ਼ਾਰੇ ਪਰਿਓ ਖਾਲਸਾ ਨਾਹੀ ਸ਼ੂਰ। ਸੋ ਗੁਰੂ ਕੇ ਸੂਰਮੇ ਜਿਹੜੇ ਜੰਗੀ ਜਰਨੈਲ ਯੋਧੇ ਹਨ, ਕਹਿੰਦੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਇਹਨਾਂ ਨੇ। ਸਤਿਗੁਰੂ ਜੀ ਸੂਰਮਿਆਂ ਨੇ ਕਹਿੰਦੇ ਇਹਨਾਂ ਦੇ ਪਿੱਛੇ ਪੈ ਗਏ ਨੇ, ਜਿੱਧਰ ਨੂੰ ਭੱਜੇ ਜਾ ਰਹੇ ਨੇ ਨਾ ਇਹ ਪਠਾਨ ਮੁਗਲ ਆ, ਉਹਨਾਂ ਦੇ ਪਿੱਛੇ ਹੀ ਗੁਰੂ ਕੇ ਸੂਰਮੇ ਗੱਜ ਕਰਕੇ ਪੈ ਗਏ ਹਨ, ਧਾਵਾ ਬੋਲਦੇ। ਤਵਾਏ ਤੁਰੰਗਾਨ ਕੋ ਛਤਰੂ ਓਰੇ। ਸੋ ਜਿਹੜੇ ਘੋੜੇ ਹਨ, ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਵੈਰੀਆਂ ਦੇ ਪਿੱਛੇ ਹੀ ਘੋੜਿਆਂ ਨੂੰ ਭਜਾ ਦਿੱਤਾ ਹੈ ਗੁਰੂ ਕੇ ਸੂਰਮਿਆਂ ਨੇ। ਚੌਪਈ ਰੋਪਰ ਨਿਕਟ ਔਰ ਪੁਰ ਔਰ। ਸੋ ਰੋਪੜ ਨਿਕਟ ਪਰੇਪੁਰ ਔਰ, ਰੋਪੜ ਜਿਹੜਾ ਪਿੰਡ ਸੀ ਨਾ, ਰੋਪੜ ਸ਼ਹਿਰ ਦੇ ਲਾਗੇ ਹੋਰ ਜਿਹੜਾ ਪਿੰਡ ਸੀ ਖੇਦਰਾਬਾਦੀ ਬਸੈ ਤਿਸ ਠੌਰ। ਸੋ ਕਹਿੰਦੇ ਖਿਦਰਾਬਾਦ ਉੱਥੇ ਜਾ ਵਸੇ ਹਨ, ਉੱਥੇ ਜਾ ਲੁਕੇ ਹਨ ਇਹ ਸਾਰੇ ਪਠਾਨ ਮੁਗਲ। ਇਸੇ ਹੀ ਦੇਸ਼ ਦਲ ਗਇਓ ਪਲਾਈ। ਸੋ ਉਸੇ ਹੀ ਦਿਸ਼ਾ ਦੇ ਵੱਲ ਖਿਦਰਾਬਾਦ ਵੱਲ ਗੁਰੂ ਕੇ ਜਿਹੜੇ ਸੂਰਮੇ ਹਨ ਜੰਗੀ ਜਰਨੈਲ ਘੋੜਿਆਂ ਦੇ ਉੱਪਰ ਅਸਵਾਰ ਹੋ ਕਰਕੇ ਪਿੱਛਾ ਕਰਦੇ ਕਰਦੇ ਖਿਦਰਾਬਾਦ ਵਿਖੇ ਪਹੁੰਚ ਗਏ ਨੇ। ਜਾਹੇ ਖਾਲਸਾ ਪੀਠ ਦਬਾਈ। ਸੋ ਜਾ ਕਰਕੇ ਖਾਲਸੇ ਨੇ ਇਹਨਾਂ ਦਾ ਪਿੱਛਾ ਕੀਤਾ ਹੈ,
ਹੈ ਇਹ ਸਾਰੇ ਪਠਾਣਾਂ ਦਾ। ਮਾਰਤ ਜਾਤ ਭਜਾਵਤ ਜਾਤ। ਸੋ ਕਹਿੰਦੇ ਮਾਰਦੇ ਹਨ ਕਈਆਂ ਨੂੰ ਤਾਂ ਭਜਾ ਭਜਾ ਕਰਕੇ ਹੀ ਮਾਰੀ ਜਾ ਰਹੇ ਨੇ। ਗੁਰੂ ਕੇ ਸੂਰਮੇ ਭਜਦਿਆਂ ਹੋਇਆਂ ਨੂੰ ਮਾਰ ਰਹੇ ਹਨ। ਲੇਹ ਤਰੰਗ ਸ਼ਸਤਰ ਪਟਕਾਤ। ਸੋ ਉਹਨਾਂ ਦੇ ਜਿਹੜੇ ਘੋੜੇ ਹਨ ਸੋ ਸ਼ੂਸ਼ ਜਿਹੜੇ ਖਾਲੀ ਜਿਹੜੇ ਘੋੜੇ ਹੋ ਚੁੱਕੇ ਹਨ, ਵੈਰੀ ਮਰ ਗਏ ਹਨ। ਘੋੜਿਆਂ ਨੂੰ ਗੁਰੂ ਕੇ ਸੂਰਮੇ ਫੜੀ ਜਾ ਰਹੇ, ਸ਼ਸਤਰਾਂ ਤੇ ਗੁਰੂ ਕੇ ਸੂਰਮੇ ਸੋ ਕਬਜ਼ਾ ਕਰੀ ਜਾ ਰਹੇ ਹਨ। ਵਧਿਓ ਅਦਕ ਮਨ ਸਿੰਘਨ ਕੇਰਾ। ਸੋ ਕਹਿੰਦੇ ਇਸੇ ਤਰ੍ਹਾਂ ਹੀ ਵਧਿਓ ਅਦਕ ਮਨ ਸਿੰਘਨ ਕੇਰਾ। ਸੋ ਸਿੰਘਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਮਨ ਦਾ ਹੌਸਲਾ ਵਧਿਆ ਸਿੰਘਾਂ ਦਾ। ਕਾਤੁਰ ਵੱਡੋ ਤੁਰਕ ਦਲ ਹੀਰਾ। ਸੋ ਜਿਹੜਾ ਤੁਰਕਾਂ ਦਾ ਵੱਡਾ ਦਲ ਆਇਆ ਸੀ ਨਾ 10,000 ਦੀ ਫੌਜ, 10,000 ਦੀ ਗਿਣਤੀ ਦੇ ਵਿੱਚ ਜਿਹੜੀ ਫੌਜ ਆਈ ਸੀ ਪਠਾਣਾ ਦੀ ਮੁਗਲਾਂ ਦੇ। ਸੋ ਗੁਰੂ ਕੇ ਸੂਰਮਿਆਂ ਨੇ ਉਹਨਾਂ ਸਾਰਿਆਂ ਨੂੰ ਕਾਇਰ ਜਾਣਿਆ, ਡਰਪੋਕ ਜਾਣਿਆ ਹੈ। ਲੂਟ ਲੂਟ ਆਜੁਦ ਗਨਬਾਜ। ਸੋ ਕਹਿੰਦੇ ਡਰਪੋਕ ਦਲ, ਤੁਰਕਾਂ ਦਾ ਦਲ ਜਿਹੜਾ ਸੀ ਨਾ ਡਰਪੋਕ ਜਾਣ ਕਰਕੇ ਦੇਖਿਆ ਕਿ ਡਰਪੋਕ ਹਨ, ਕਾਇਰ ਹਨ। ਉਹਨਾਂ ਨੂੰ ਲੁੱਟ ਲੁੱਟਿਆ ਹੈ ਜਿੰਨੇ ਉਹਨਾਂ ਦੇ ਘੋੜੇ ਹਾਥੀ ਹਨ, ਹੋਰ ਸਾਰੇ ਜਿੰਨੇ ਸ਼ਸਤਰ ਹਨ ਗੁਰੂ ਕੇ ਸੂਰਮਿਆਂ ਨੇ ਲੁੱਟ ਲਏ ਨੇ। ਅਪਰ ਸੈਨਿਕੋ ਸਕਲ ਸਮਾਜ। ਹੋਰ ਵੀ ਜਿੰਨੀ ਫੌਜ, ਜਿਹੜੀ ਫੌਜ ਦੇ ਵਿੱਚ ਸਮਾਨ ਸੀ, ਗੋਲੀ ਛਿੱਕਾ ਬਰੂਦ, ਉਹ ਵੀ ਸਾਰਾ ਗੁਰੂ ਕੇ ਸੂਰਮਿਆਂ ਨੇ ਲੁੱਟ ਲਿਆ ਹੈ ਜੇ। ਮਾਰੇ ਪੁੰਜ ਰਹੇ ਤ੍ਰਿਪਤਾਏ। ਸੋ ਕਹਿੰਦੇ ਬਹੁਤ ਜ਼ਿਆਦੇ ਸਿਪਾਹੀਆਂ ਨੂੰ ਮਾਰ ਕਰਕੇ, ਤੁਰਕਾਂ ਦੀ ਫੌਜ ਨੂੰ ਮਾਰ ਕਰਕੇ ਗੁਰੂ ਕੇ ਸੂਰਮੇ ਜਿਹੜੇ ਹਨ ਤ੍ਰਿਪਤ ਗਏ ਹਨ, ਰੱਜ ਗਏ ਹਨ। ਖਾਲਸਾ ਮਾਰਤ ਜਾਏ। ਪਰ ਫਿਰ ਵੀ ਰੱਜਿਆ ਹੋਇਆ ਖਾਲਸਾ ਇਹਨਾਂ ਤੁਰਕਾਂ ਨੂੰ ਮਾਰੀ ਜਾ ਰਿਹਾ, ਇਹਨਾਂ ਦੇ ਆਹੂ ਹੀ ਲਾਈ ਜਾ ਰਿਹਾ ਹੈ ਜੇ। ਪੁਨ ਸਤਿਗੁਰ ਨੇ ਦੂਤ ਪਠਾਏ। ਸੋ ਜਦੋਂ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀਆਂ ਨੂੰ ਪਤਾ ਲੱਗਾ ਹੈ ਕਿ ਗੁਰੂ ਕੇ ਜਿਹੜੇ ਸੂਰਮੇ ਹਨ ਇਹਨਾਂ ਤੁਰਕਾਂ ਦਾ ਪਿੱਛਾ ਕਰਦੇ ਕਰਦੇ ਰੋਪੜ ਤੋਂ ਵੀ ਗਾਂ ਖਿਦਰਾਬਾਦ ਦੇ ਵਿੱਚ ਪਹੁੰਚ ਚੁੱਕੇ ਹਨ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇੱਕ ਸਿੰਘ ਜਰਨੈਲ ਨੂੰ ਭੇਜਿਆ ਹੈ ਪਿੱਛੇ ਇਹਨਾਂ ਦੇ। ਜਾਤ ਖਾਲਸਾ ਸਕਲ ਹਟਾਇਓ। ਸਤਿਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਹੈ, ਇਸੇ ਤਰ੍ਹਾਂ ਗਿਆ ਹੈ ਉਹ ਸਿੱਖ ਪਿੱਛੇ ਜਾ ਕਰਕੇ ਉਸ ਦੂਤ ਨੇ ਸਾਰੇ ਸਿੱਖਾਂ ਨੂੰ ਪਿੱਛੇ ਮੋੜ ਲਿਆਂਦਾ ਹੈ ਜੇ। ਖਿਦਰਾਬਾਦ ਤੁਰਕ ਬਰ ਗਏ। ਸੋ ਜਿਹੜੇ ਤੁਰਕ ਸੀ ਨਾ ਖਿਦਰਾਬਾਦ ਪਿੰਡ ਦੇ ਵਿੱਚ ਆਪਣੀ ਜਾਨ ਬਚਾਉਂਦੇ ਹੋਏ ਵੜ ਗਏ ਹਨ, ਲੁਕ ਗਏ ਨੇ। ਤਾਹਾਂ ਸੰਭਾਲ ਕਰਤ ਨਿਜ ਭਏ। ਸੋ ਕਹਿੰਦੇ ਤਾਹਾਂ ਸੰਭਾਲ, ਉੱਥੇ ਜਾ ਕਰਕੇ ਨਾ ਸਾਰੇ ਤੁਰਕ ਆਪੋ ਆਪਣੀ ਸਾਂਭ ਸੰਭਾਲ ਕਰਨ ਲੱਗੇ ਨੇ, ਆਪਣੀ ਜਾਨ ਬਚਾਉਣ ਲੱਗੇ ਹਨ ਲੁਕ ਲੱਗ ਕਰਕੇ। ਗਇਓ ਖਾਲਸਾ ਜਬ ਹਟ ਸਾਰੋ। ਸੋ ਜਦੋਂ ਗੁਰੂ ਕੇ ਪਿਆਰਿਓ ਉਸ ਦੂਤ ਨੇ, ਉਸ ਸਿੰਘ ਨੇ ਜਾ ਕਰਕੇ ਸਾਰਾ ਜਿੰਨਾ ਖਾਲਸਾ ਖਿਦਰਾਬਾਦ ਦੇ ਵਿੱਚ ਇਹਨਾਂ ਤੁਰਕਾਂ ਦਾ ਪਿੱਛਾ ਕਰਦਾ ਕਰਦਾ ਗਿਆ ਸੀ ਨਾ, ਸਾਰੇ ਖਾਲਸੇ ਨੂੰ ਪਿੱਛੇ ਮੋੜ ਕਰਕੇ ਲਿਆਏ ਆਂਦਾ ਹੈ ਜੇ। ਲੈ ਕਰ ਹਯਨ ਕਨੋ ਹਥਿਆਰੋ। ਸੋ ਕਹਿੰਦੇ ਹੋਰ ਵੀ ਉਹਨਾਂ ਦੇ ਜਿਹੜੇ ਤੁਰਕਾਂ ਦੇ ਘੋੜੇ ਸਨ, ਹਾਥੀ ਹਨ, ਸਾਰੇ ਸ਼ਸਤਰ ਹਨ, ਗੋਲੀ ਛਿੱਕਾ ਬਰੂਦ, ਉਹ ਵੀ ਗੁਰੂ ਕੇ ਸੂਰਮੇ ਲੁੱਟ ਪੁੱਟ ਕਰਕੇ ਲੈ ਆਏ ਨੇ। ਕਾਇਲ ਤੁਰਕ ਸੰਭਾਲੇ ਫੇਰੇ। ਸੋ ਇਸੇ ਤਰ੍ਹਾਂ ਹੀ ਕਹਿੰਦੇ ਜਿਹੜੇ ਤੁਰਕ ਹਨ ਜਦੋਂ ਉਹਨਾਂ ਨੇ ਪਤਾ ਲੱਗਾ ਕਿ ਗੁਰੂ ਕੇ ਸੂਰਮੇ ਚਲੇ ਗਏ ਹਨ, ਫਿਰ ਉਹਨਾਂ ਨੇ ਪਿੱਛੋਂ ਆਪਣੇ ਜਿਹੜੇ ਸੂਰਮੇ ਹਨ, ਸਿਪਾਹੀ ਹਨ, ਜਿਹੜੇ ਫੱਟੜ ਹੋਏ ਸੀ, ਉਹਨਾਂ ਦੀ ਸਾਂਭ ਸੰਭਾਲ ਕੀਤੀ ਹੈ। ਲੈ ਲੈ ਪਹੁੰਚੇ ਆਪਣੇ ਡੇਰੇ। ਜਿੱਥੇ ਇਹਨਾਂ ਨੇ ਟਿਕਾਣਾ ਕੀਤਾ ਸੀ, ਡੇਰਾ ਕੀਤਾ ਸੀ, ਪੜਾ ਕੀਤਾ ਸੀ ਨਾ, ਉਸ ਸਥਾਨ ਤੇ ਫੱਟੜ ਹੋਏ ਤੁਰਕਾਂ ਪਠਾਣਾ ਨੂੰ ਲੈ ਲੈ ਕਰਕੇ ਜਾ ਰਹੇ ਹਨ। ਸਰਬ ਹਿਰਾਸੇ ਬਹੁ ਬੇਸਮਾਏ। ਇਹਦੇ ਬਹੁਤ ਜ਼ਿਆਦੇ ਹਿਰਾਸੇ ਹੈਰਾਨ ਹੋ ਗਏ ਹਨ, ਦੇ ਕਰਕੇ ਸਾਰੇ ਬੜੇ ਡਰ ਗਏ, ਹਿਰਾਸੇ ਡਰ ਗਏ ਹਨ ਕਿ ਗੁਰੂ ਕੇ ਸੂਰਮੇ ਬਹੁਤ ਘੱਟ ਗਿਣਤੀ ਦੇ ਵਿੱਚ ਸੀ, ਅਸੀਂ 10,000 ਦੀ ਗਿਣਤੀ ਦੇ ਵਿੱਚ ਆਏ, ਪਰ ਫਿਰ ਵੀ ਗੁਰੂ ਕੇ ਸੂਰਮਿਆਂ ਨੇ ਸਾਨੂੰ ਲੋਹੇ ਦੇ ਚਣੇ ਚਬਾ ਦਿੱਤੇ। ਉਮਰਾਵਨ ਹਮ ਭਲੇ ਲੜਾਏ। ਸੋ ਕਹਿੰਦੇ ਉਮਰਾਵਨ ਨੇ ਚੰਗਾ ਸਾਡੇ ਨਾਲ ਕੀਤਾ, ਚੰਗੀ ਭਲੀ ਲੜਾਈ ਸਾਡੀ ਕਰਾਈ ਹੈ, ਸਾਨੂੰ ਤਾਂ ਮਾਰ ਹੀ ਸੁੱਟਿਆ ਇਸਨੇ। ਸਾਡੇ ਜਿਹੜੇ ਜਰਨੈਲ ਹਨ ਪੈਂਡੇ ਖਾਂ, ਇਸੇ ਤਰ੍ਹਾਂ ਸੋ ਇਹ ਜਿਹੜਾ ਪੈਂਡੇ ਖਾਂ, ਸੋ ਦੀਨਾ ਬੇਗ, ਚੰਗੇ ਉਮਰਾਵ ਹਨ, ਚੰਗਾ ਸਾਨੂੰ ਗੁਰੂ ਕੇ ਖਾਲਸੇ ਦੇ ਨਾਲ ਲੜਾਇਆ, ਸਾਨੂੰ ਤਾਂ ਮਾਰ ਹੀ ਸੁੱਟਿਆ ਇਹਨਾਂ ਨੇ। ਕਿਸਹੂ ਕੀ ਸੰਭਾਲ ਨਹਿ ਰਹੀ। ਸੋ ਕਹਿੰਦੇ ਕਿਸਹੂ ਕੀ, ਕਿਸੇ ਦੀ ਵੀ ਕੋਈ ਸਾਂਭ ਸੰਭਾਲ ਨਾ ਰਹੀ, ਕਿਸੇ ਦੀ ਖਬਰਸਾਰ ਨਾ ਰਹੀ। ਚਮੂ ਅਦਕ ਬਹੁ ਜੀਤ ਨਾ ਲਹੀ। ਸੋ ਕਹਿੰਦੇ ਚਮੂ ਅਦਕ, ਕਹਿੰਦੇ ਇੰਨੀ ਵੱਡੀ ਫੌਜ, ਏਡੀ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਲੈ ਕਰਕੇ ਆਏ ਸੀ ਪਠਾਣਾ ਦੇ ਮੁਗਲਾਂ ਦੀ, ਪਰ ਫਿਰ ਵੀ ਜਿਹੜੀ ਜਿੱਤ ਸਾਨੂੰ ਨਸੀਬ ਨਾ ਹੋਈ। ਦੀਨਾ ਬੇਗ ਸੋ ਕਾਏ
ਕਾਇਲ ਪਰਿਓ। ਸੋ ਇੱਧਰ ਜਿਹੜਾ ਦੀਨਾ ਬੇਗ ਸੀ ਨਾ, ਇਹ ਵੀ ਪੜਾ ਜਿੱਥੇ ਸੀ ਨਾ ਇਹਨਾਂ ਦਾ ਡੇਰਾ ਸੀ, ਉੱਥੇ ਇਹ ਵੀ ਮੰਜੇ ਤੇ ਘਾਇਲ ਪਿਆ ਹੋਇਆ ਹੈ। ਆਨ ਜਰਾਹ ਇਲਾਜੈ ਸੋ ਕਰਿਓ। ਜਿਹੜਾ ਜਰਾਹਾ ਸੀ ਨਾ, ਚੀੜ ਫਾੜ ਕਰਨ ਵਾਲਾ, ਜਿਹੜਾ ਪ੍ਰਸ਼ਨ ਕਰਨ ਵਾਲਾ, ਜਿਹੜਾ ਵੈਦ ਸੀ, ਡਾਕਟਰ ਸੀ, ਉਹਨੇ ਆ ਕਰਕੇ ਇਸ ਦਾ ਦੀਨਾ ਬੇਗ ਦਾ ਇਲਾਜ ਕੀਤਾ ਹੈ। ਵੱਡੇ ਜਿਹੜੇ ਫੱਟ ਲੱਗੇ ਹੋਏ ਸੀ ਉਸ ਨੂੰ ਸਿਉਂ ਦਿੱਤਾ ਹੈ। ਦਿੱਲੀ ਕੇ ਮਾਰਗ ਕੋ ਪਰੇ। ਸੋ ਦਿੱਲੀ ਦਾ ਜਿਹੜਾ ਰਸਤਾ ਹੈ ਨਾ, ਦਿੱਲੀ ਦੇ ਰਸਤੇ ਨੂੰ ਰਵਾਨਾ ਹੋ ਗਏ ਹਨ ਦੀਨਾ ਬੇਗ ਦੇ ਸਮੇਤ ਹੀ ਸਾਰੇ ਪਠਾਨ ਮੁਗਲ। ਸਨੇ ਸਨੇ ਤਹਿ ਪਹੁੰਚਨ ਹੌਲੀ ਕਰੇ। ਹੌਲੀ ਚੱਲਦੇ ਚੱਲਦੇ ਦੀਨਾ ਬੇਗ ਹੋਰ ਸਾਰੇ ਪਠਾਨ ਤੁਰਕ ਦਿੱਲੀ ਦੇ ਵਿੱਚ ਹੌਲੀ ਹੌਲੀ ਪਹੁੰਚ ਗਏ ਨੇ। ਹਟ ਕਰ ਆਏ ਖਾਲਸਾ ਇਤੇ। ਸੋ ਉਧਰੋਂ ਹਟ ਕਰਕੇ ਫਿਰ ਪਿੱਛੇ ਮੁੜ ਕਰਕੇ ਜਿਹੜਾ ਖਾਲਸਾ ਹੈ ਨਾ ਗੁਰੂ ਕਾ, ਉਹ ਵਾਪਸ ਆ ਗਿਆ ਹੈ ਪਾਤਸ਼ਾਹ ਦਾ ਹੁਕਮ ਮੰਨ ਕਰਕੇ। ਵਾਹਿਗੁਰੂ ਜੀ ਕੀ ਕਹਿ ਫਤਿਹ। ਸੋ ਆ ਕਰਕੇ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਹੈ ਖਾਲਸਾ ਜੇ। ਰੂ ਲੂਟ ਕਰ ਪਹੁੰਚ ਸੁਧਾਮੇ। ਸਮੂਹ ਸ਼ਤਰੂਆਂ ਨੂੰ, ਵੈਰੀਆਂ ਨੂੰ ਲੁੱਟ ਕਰਕੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਪਹੁੰਚੇ ਹਨ ਗੁਰੂ ਕੇ ਸੂਰਮੇ। ਬੱਜੇ ਜੀਤ ਕੇ ਵੱਡੇ ਦਮਾਮੇ। ਸੋ ਬੜੇ ਵੱਡੇ ਵੱਡੇ ਜਿਹੜੇ ਨਗਾੜੇ ਹਨ ਨਾ, ਜੀਤ ਦੇ ਵੱਡੇ ਦਮਾਮੇ ਵੱਜੇ ਨੇ, ਦੋਹਰੀਆਂ ਚੋਟਾਂ ਵੱਜੀਆਂ ਨੇ ਨਗਾਰਿਆਂ ਦੇ ਉੱਪਰ। ਮਿਲੇ ਗੁਰੂ ਪਗ ਸੀਸ ਨਿਵਾਇਓ। ਸੋ ਆ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਤੇ ਆ ਮਿਲੇ ਹਨ, ਸੀਸ ਨਵਾਇਆ ਹੈ ਗੁਰੂ ਕੇ ਸੂਰਮਿਆਂ ਨੇ। ਜਿੱਥੇ ਯੁੱਧ ਵਾਲਾ ਸਥਾਨ ਹੈ ਗੁਰੂ ਕੇ ਪਿਆਰਿਓ, ਹਜੇ ਇਹ ਸਾਰੇ ਉਸੇ ਹੀ ਸਥਾਨ ਤੇ ਹਨ। ਧੰਨ ਧੰਨ ਸਭ ਹੂਨ ਅਲਾਇਓ। ਸੋ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪੈਂਡੇ ਖਾਂ ਦਾ ਵੱਧ ਕੀਤਾ ਸੀ ਨਾ, ਉਸ ਥਾਂ ਤੇ ਫਿਰ ਤੋਂ ਸਾਰੇ ਸਿੰਘ ਵਾਪਸ ਆ ਗਏ ਹਨ ਖਿਦਰਾਬਾਦ ਤੋਂ ਵਾਪਸ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਤੇ ਸੀਸ ਨਵਾਇਆ ਹੈ। ਸਤਿਗੁਰੂ ਸਾਹਿਬ ਜੀਆਂ ਨੂੰ ਆ ਕਰਕੇ ਕਹਿੰਦੇ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਧੰਨ ਹੋ, ਧੰਨ ਹੋ। ਰਾਵਰ ਕੋ ਬਲ ਪਾਏ ਬੜੇ ਇਹ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦਾ ਬਹੁਤ ਜਿਹੜਾ ਵੱਡਾ ਬਲ ਹੈ ਨਾ, ਭਾਰੀ ਤੇਜ ਪ੍ਰਤਾਪ ਅਸੀਂ ਪਾਇਆ ਹੈ, ਭਾਰੀ ਬਲ ਸ਼ਕਤੀ ਪ੍ਰਾਪਤ ਕਰਕੇ। ਹਤਿਓ ਤੁਰਕ ਦਲ ਜੰਗ ਕਨੇਰਾ। ਮਹਾਰਾਜ ਜੀ ਇਹ ਜਿਹੜਾ ਵੱਡਾ ਦਲ ਆਇਆ ਸੀ ਨਾ, 10,000 ਦੀ ਗਿਣਤੀ ਦੇ ਵਿੱਚ, ਸਮੂਹ ਤੁਰਕਾਂ ਨੂੰ ਯੁੱਧ ਭੂਮੀ ਦੇ ਵਿੱਚ ਮਾਰ ਮੁਕਾਇਆ, ਇਹਨਾਂ ਦੇ ਦੰਦ ਖੱਟੇ ਕਰ ਦਿੱਤੇ ਹਨ। ਖਿਦਰਾਬਾਦ ਪੁਚਾਇਓ ਹੋ ਤੁਰੇ। ਅੱਛਾ ਜੀ, ਆਪ ਜੀ ਦੀ ਕਿਰਪਾ ਦੇ ਨਾਲ ਇਹ ਜਿਹੜਾ ਸਮੂਹ ਜਿਹੜਾ ਦਲ ਸੀ ਨਾ ਤੁਰਕਾਂ ਦਾ, ਇਹ ਖਿਦਰਾਬਾਦ ਜਿਹੜਾ ਸੀ ਨਾ ਨਗਰ ਦੇ ਵਿੱਚ ਅਖੀਰ ਤੱਕ ਅਸੀਂ ਧੱਕਦੇ ਛੱਡ ਕੇ ਆਏ ਆ, ਭਜਾ ਕੇ ਕਾਇਰਾਂ ਨੂੰ। ਕਹੇ ਆਪ ਕੇ ਪ੍ਰਭੂ ਮੁਰੇ। ਸੋ ਮਹਾਰਾਜ ਜੀ ਜਦੋਂ ਆਪ ਜੀਆਂ ਨੇ ਇੱਕ ਸਿੱਖ ਨੂੰ ਭੇਜਿਆ ਵਾਪਸ, ਆਪ ਜੀ ਦਾ ਬਚਨ ਮੰਨ ਕਰਕੇ, ਹੁਕਮ ਮੰਨ ਕਰਕੇ, ਫਿਰ ਅਸੀਂ ਪਿੱਛੇ ਆ ਮੁੜੇ ਵਾਪਸ ਪਰਤ ਆਏ। ਮਤ ਪ੍ਰਾਪਤ ਮੈਦਾਨ ਸੋ ਹੋਟੇ। ਸੱਚੇ ਪਾਤਸ਼ਾਹ ਜੀ, ਉਹ ਜਦੋਂ ਅਸੀਂ ਉਹਨਾਂ ਸਾਰੇ ਪਠਾਣਾ ਤੁਰਕਾਂ ਨੂੰ ਘੇਰਿਆ ਸੀ ਨਾ, ਖਿਦਰਾਬਾਦ ਪਿੰਡ ਸਥਾਨ ਤੇ ਸਤਿਗੁਰੂ ਸਾਹਿਬ ਜੀ, ਉੱਥੇ ਬੜਾ ਖੁੱਲਾ ਮੈਦਾਨ ਸੀ, ਉੱਥੇ ਅਸੀਂ ਇਹਨਾਂ ਨੂੰ ਘੇਰਾ ਪਾਇਆ ਸੀ ਸਾਰੇ ਪਠਾਣਾ ਤੁਰਕਾਂ ਨੂੰ। ਮਿਲੇ ਤੁਰਕ ਕੜੇ ਇਮ ਮਤ ਖੋਟੇ। ਸੱਚੇ ਪਾਤਸ਼ਾਹ ਜੀ, ਉਹ ਜਦੋਂ ਸਾਰੇ ਤੁਰਕ ਅਸੀਂ ਘੇਰ ਲਏ ਨਾ, ਮਤ ਤੋਂ ਖੋਟੇ ਹੋਏ ਅਸੀਂ ਜਾਣੇ ਹਨ। ਲੇਤ ਰੁਲਾਏ ਨਾ ਦੇਤੇ ਜਾਨ। ਪਾਤਸ਼ਾਹ ਜੀ, ਉਹ ਜੇ ਆਪ ਜੀ ਸਾਨੂੰ ਵਾਪਸ ਨਾ ਮੁੜਨ ਦਾ ਹੁਕਮ ਕਰਦੇ, ਸਾਰੇ ਤੁਰਕਾਂ ਨੂੰ ਅਸੀਂ ਮਿੱਟੀ ਦੇ ਵਿੱਚ, ਖਾਕ ਦੇ ਵਿੱਚ ਮਿਲਾ ਸੁੱਟਣਾ ਸੀ ਮਾਰ ਕਰਕੇ। ਇਸ ਬਿਦ ਭਾਜੇ ਮੂਡ ਅਜਾਨ। ਪਰ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਪਾ ਕਰਕੇ ਅਸੀਂ ਵਾਪਸ ਆ ਗਏ। ਇਹ ਜਾਣ ਕਰਕੇ ਉਹ ਜਿਹੜੇ ਮੂਰਖ ਸੀ ਨਾਲ, ਸੋ ਜਿਹੜੇ ਅਜਾਨ ਸਾਡੇ ਬਲ ਨੂੰ ਨਹੀਂ ਸੀ ਜਾਣਦੇ, ਉਹ ਭੱਜ ਗਏ ਆਪਣੀ ਜਾਨ ਬਚਾ ਕਰਕੇ ਕਾਇਰ ਡਰਪੋਕ। ਸਭ ਪਹਾੜੀਏ ਟਰ ਕਰ ਗਏ। ਉਧਰ ਮਹਾਰਾਜ ਜੀ ਇਹ ਜਿਹੜੇ ਪਹਾੜੀਏ ਹਨ ਨਾ, ਖੋਟੀ ਚਾਲ ਜਿਨ੍ਹਾਂ ਨੇ ਚੱਲੀ ਸੀ ਮਹਾਰਾਜ, ਉਹ ਵੀ ਡਰ ਕਰਕੇ ਭੱਜ ਗਏ ਆਪਣੀ ਜਾਨ ਬਚਾਉਂਦੇ ਹੋਏ। ਸਾਲਨ ਬਿਖੈ ਪਰਵੇਸ਼ਤ ਭਏ। ਮਹਾਰਾਜ ਜੀ ਜਿਹੜਾ ਪਹਾੜੀ ਇਲਾਕਾ ਹੈ ਨਾ, 22 ਧਾਰ ਦਾ ਇਲਾਕਾ, ਕਹਿਲੂਰੀ ਵਿਰਾਸਤ ਦੇ ਵਿੱਚ ਡਰਦੇ ਮਾਰੇ ਆਪਣੀ ਜਾਨ ਬਚਾ ਕਰਕੇ ਸਾਰੇ ਪਹਾੜੀਏ ਆਪਣੀ ਫੌਜ ਦੇ ਸਹਿਤ ਭੱਜ ਕੇ ਵੜ ਗਏ ਆਪਣੇ ਇਲਾਕਿਆਂ ਦੇ ਵਿੱਚ। ਸੁਣ ਕਰ ਧੀਰਜ ਪ੍ਰਭੂ ਬਖਾਨਾ। ਸੋ ਸੁਣ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਮੂਹ ਸਿੱਖਾਂ ਨੂੰ ਧੀਰਜ ਦਿੱਤਾ ਹੈ ਜੇ। ਸਨੇ ਸਨੇ ਹਨੀਆ ਹੈ ਤੁਰਕਾਨ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਹੇ ਖਾਲਸਾ ਜੇ, ਹੌਲੀ ਹੌਲੀ ਇਹਨਾਂ ਤੁਰਕਾਂ ਦਾ ਅਸੀਂ ਵਿਨਾਸ਼ ਕਰਨਾ ਹੈ, ਨਾਸ਼ ਕਰਨਾ, ਇਨੀ ਕਾਲੀ ਨਹੀਂ ਕਰਨੀ ਕਿ ਇੱਕੋ ਵਾਰ ਹੀ ਸਾਰੇ ਤੁਰਕਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਹੈ। ਸਾਰਿਆਂ ਨੂੰ ਹੌਲੀ ਹੌਲੀ ਮਾਰਾਂਗੇ ਅਸੀਂ। ਜਿਉ ਸਿੰਘਨ ਹੋਵੇ ਵਾਦਾ। ਸੋ ਜਿਵੇਂ ਜਿਵੇਂ ਸਿੰਘਾਂ ਦਾ ਵਾਧਾ ਹੋਵੇਗਾ, ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਈ ਜਾਵੇਗਾ। ਸਾਰੇ ਸਿੰਘ ਜਿਉਂ-ਜਿਉਂ ਅੰਮ੍ਰਿਤ ਛਕਦੇ ਜਾਣਗੇ, ਤਿਉ ਤੁਰਕਨ ਪ੍ਰਾਪਤ ਬਾਦਾ। ਸੋ ਤਿਉਂ-ਤਿਉਂ ਜਿਹੜੇ ਤੁਰਕ ਹਨ ਫਿਰ ਉਹਨਾਂ ਨੂੰ ਮਾਰਾਂਗੇ, ਤੁਰਕਾਂ ਦਾ
ਨਾਸ਼ ਕਰ ਦਵਾਂਗੇ। ਆਪਣੇ ਕਾਇਲ ਸਿੰਘ ਉਠਾਏ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਜਿਵੇਂ ਤੁਰਕਾਂ ਦਾ ਆਪਾਂ ਤਿਉਂ ਤਿਉਂ ਤੁਰਕਨ ਪ੍ਰਾਪਤ ਵਾਧਾ, ਸੋ ਜਿਹੜੇ ਤੁਰਕ ਹਨ ਸੋ ਉਹ ਪ੍ਰਾਪਤ ਹੋਣਗੇ, ਉਹਨਾਂ ਨੂੰ ਮਾਰਾਂਗੇ, ਸੋ ਨਾਸ਼ ਕਰਾਂਗੇ ਤੁਰਕਾਂ ਨੂੰ। ਸਤਿਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਇਹ ਖਾਲਸਾ ਜੀ ਜਿਹੜੇ ਆਪਣੇ ਸਿੰਘ ਫੱਟੜ ਹੋਏ ਨੇ ਯੁੱਧ ਭੂਮੀ ਦੇ ਵਿੱਚ, ਉਹਨਾਂ ਨੂੰ ਸੋ ਚੁੱਕ ਕਰਕੇ ਲਾਏ ਆਵੋ। ਜੋ ਮਰ ਗਏ ਸੋ ਸੁਰਗ ਸਿਧਾਏ। ਸੋ ਜਿਹੜੇ ਸਵਰਗ ਜਿਹੜੇ ਚੜ੍ਹਾਈ ਕਰ ਗਏ ਸਿੰਘ ਉਹ ਸੱਚਖੰਡਪੁਰੀ ਚਲੇ ਗਏ, ਸੱਚਖੰਡ ਨੂੰ ਪਿਆਨਾ ਕਰ ਗਏ ਗੁਰੂ ਕੇ ਸੂਰਮੇ। ਕਰ ਇਕੱਤਰ ਤਿੰਨ ਦੀਨੋ ਦਾਹੂ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜੇ ਸਿੰਘ ਸਰੀਰ ਛੱਡ ਗਏ, ਸ਼ਹੀਦ ਹੋ ਗਏ, ਸ਼ਹੀਦੀਆਂ ਪਾ ਗਏ ਹਨ, ਉਹਨਾਂ ਦੇ ਸਰੀਰ ਇਕੱਤਰ ਕਰਕੇ ਉਹਨਾਂ ਦੇ ਦੇਹ ਦਾ ਅੰਤਿਮ ਸੰਸਕਾਰ ਕਰ ਦਵੋ। ਆਵਤ ਭਏ ਆਨੰਦਪੁਰ ਮਾਹੂ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕਰਕੇ ਤਿਵੇਂ ਹੀ ਉਹਨਾਂ ਨੇ ਘਾਇਲ ਸੂਰਮਿਆਂ ਨੂੰ ਨਾਲ ਲੈ ਆਂਦਾ ਹੈ, ਜਿਹੜੇ ਫੱਟੜ ਸੀ, ਸੋ ਜਿਹੜੇ ਸਰੀਰ ਛੱਡ ਗਏ ਸੀ, ਸ਼ਹੀਦੀਆਂ ਪਾ ਗਏ, ਉਹਨਾਂ ਦੇ ਸਰੀਰਾਂ ਦਾ ਦਾਹ ਸੰਸਕਾਰ ਕਰ ਦਿੱਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਅਦ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਤਰੇ ਹਨ, ਆ ਗਏ ਹਨ ਸਿੰਘਾਂ ਦੇ ਸਮੇਤ। ਕਵੀਆਂ ਵਿਜੈ ਕਵਿਤ ਬਣਾਏ। ਸੋ ਕਹਿੰਦੇ ਜਿਹੜੇ ਕਵੀ ਸੀ ਨਾ ਗੁਰੂ ਘਰ ਦੇ, ਫਿਰ ਉਹਨਾਂ ਨੇ ਕਵਿਤਾ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਸੁੰਦਰ ਜਿਹੜੀ ਕਵਿਤਾ ਬਣਾਈ ਹੈ। ਉਤਰੇ ਪ੍ਰਭੂ ਤਬ ਆਨ ਸੁਨਾਏ। ਸੋ ਕਵੀਆਂ ਨੇ ਵਿਜੈ ਕਵਿਤਾ ਬਣਾਏ। ਸੋ ਕਵੀਆਂ ਨੇ, ਗੁਰੂ ਘਰ ਦੇ ਕਵੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਤਰ੍ਹਾਂ ਜੰਗ ਜਿੱਤੀ ਹੈ, ਜੰਗ ਫਤਿਹ ਕਰਨ ਦੀ ਜਿਹੜੀ ਕਵਿਤਾ ਹੈ, ਸੋ ਕਵਿਤਾ ਦੇ ਵਿੱਚ ਬਣਾਈ ਹੈ ਬਹੁਤ ਸੁੰਦਰ ਢੰਗ ਦੇ ਨਾਲ ਸਤਿਗੁਰੂ ਸਾਹਿਬ ਜੀਆਂ ਦੇ ਵਾਸਤੇ। ਉਤਰ ਪ੍ਰਭੂ ਤਬ ਆਨ ਸੁਨਾਏ। ਸੋ ਜਿਹੜੇ ਪ੍ਰਭੂ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਪੁੱਜੇ ਹਨ, ਸੋ ਉਹ ਸਾਰੀ ਜਿੰਨੀ ਕਵਿਤਾ ਹੈ ਸਤਿਗੁਰੂ ਸਾਹਿਬ ਜੀਆਂ ਨੂੰ, ਸੋ ਜਦੋਂ ਦੀਵਾਨ ਦੇ ਵਿੱਚ ਸੱਜੇ ਹਨ ਸਾਰੀ ਕਵਿਤਾ ਸੁਣਾਉਂਦੇ ਹਨ ਕਵੀ। ਅਦਕ ਜੀਤ ਕੇ ਗੀਤ ਗਵਾਏ। ਸੋ ਸਤਿਗੁਰੂ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਸਣਾ ਉੱਪਰ ਸੁਭਾਏਮਾਨ ਹਨ। ਸਮੂਹ ਜਿੰਨੇ ਨਗਰ ਨਿਵਾਸੀ ਹਨ, ਜਿੱਤ ਦੇ ਜਿਹੜੇ ਕਵਿਤ ਹਨ, ਜਿਹੜੀਆਂ ਕਵਿਤਾਵਾਂ ਹਨ, ਗੀਤ ਹਨ, ਬਣਾ ਬਣਾ ਕਰਕੇ ਸਤਿਗੁਰੂ ਸਾਹਿਬ ਜੀਆਂ ਨੂੰ ਸੁਣਾਉਂਦੇ ਨੇ। ਸੁਣ ਸੁਣ ਸਗਰੇ ਨਰ ਹਰ ਖਾਏ। ਸੋ ਜਦੋਂ ਕਵੀਆਂ ਨੇ ਸੁੰਦਰ ਕਵਿਤਾਵਾਂ ਬਣਾ ਕਰਕੇ ਸੁਣਾਈਆਂ ਨਾ, ਸਮੂਹ ਨਗਰ ਨਿਵਾਸੀ ਪੁਰਖ ਇਸਤਰੀਆਂ ਸੁਣ ਕਰਕੇ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਆਏ ਹਨ। ਬੈਠ ਗੁਰੂ ਸਿੰਘਾਸਨ ਰਾਜੇ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਜਿਆਂ ਦੇ ਰਾਜੇ, ਰਾਜਨ ਕੋ ਰਾਜਾ, ਮਹਾਰਾਜਨ ਕੋ ਮਹਾਰਾਜਾ। ਸੋ ਮਹਾਰਾਜਿਆਂ ਦੇ ਮਹਾਰਾਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਸਣ ਉੱਪਰ ਸੁਭਾਏਮਾਨ ਹੋ ਕਰਕੇ ਸਮੂਹ ਕਵਿਤਾਵਾਂ ਨੂੰ ਸੁਣ ਰਹੇ ਨੇ। ਸਰਬ ਖਾਲਸਾ ਦੇਖਤ ਗਾਜੇ। ਸੋ ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਸਮੂਹ ਖਾਲਸੇ ਨੇ ਸਤਿਗੁਰੂ ਸਾਹਿਬ ਜੀਆਂ ਨੂੰ ਜਦੋਂ ਸਿੰਘਾਸਣ ਉੱਪਰ ਵਿਰਾਜਮਾਨ ਹੋਏ ਦੇਖਿਆ ਹੈ, ਸੋ ਜਿੱਤ ਦੀਆਂ ਜਿਹੜੀਆਂ ਕਵਿਤਾਵਾਂ ਗਾਈਆਂ ਗਈਆਂ ਹਨ, ਸੋ ਸਮੂਹ ਖਾਲਸੇ ਆਏ ਨੇ, ਬੜੇ ਗੱਜ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਫਤਿਹ ਬੁਲਾਉਂਦੇ ਨੇ। ਮੰਗਲ ਕੀਨ ਅਨੇਕ ਪ੍ਰਕਾਰੀ। ਸੋ ਜੋ ਸਮੂਹ ਖਾਲਸਾ ਬਹੁਤ ਜ਼ਿਆਦਾ ਗੱਜਿਆ ਹੈ, ਸੋ ਕਹਿੰਦੇ ਬੜੇ ਮੰਗਲ, ਬੜੇ ਆਨੰਦ ਮੰਗਲ ਕੀਤੇ ਹਨ ਅਨੇਕਾਂ ਪ੍ਰਕਾਰਾਂ ਦੇ। ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦੇਤ ਅਸੀਸ ਸਕਲ ਨਰ ਨਾਰੀ। ਸੋ ਗੁਰੂ ਕੇ ਪਿਆਰਿਓ, ਸਮੂਹ ਜਿੰਨੇ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਰਖ ਇਸਤਰੀਆਂ ਹਨ, ਸੋ ਜਿੰਨੇ ਵੀ ਬਜ਼ੁਰਗ ਹਨ, ਸਾਰੇ ਹੀ ਸਤਿਗੁਰੂ ਸਾਹਿਬ ਜੀਆਂ ਨੂੰ, ਸਮੂਹ ਸਿੰਘਾਂ ਨੂੰ ਬਹੁਤ ਜ਼ਿਆਦੀਆਂ ਅਸੀਸਾਂ ਦਿੰਦੇ ਨੇ। ਸੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਗੁਰੂ ਕੇ ਪਿਆਰਿਓ, ਇਹ ਪਹਿਲਾ ਜੰਗ ਤੁਰਕਾਂ ਦੇ ਨਾਲ ਲੜਿਆ ਸੀ। ਇਸ ਜੰਗ ਦੇ ਵਿੱਚ ਦੋ ਉਮਰਾਵ ਆਏ ਸੀ। ਇੱਕ ਪੈਂਡੇ ਖਾਂ ਜੋ 5000 ਰੁਤਬਾ ਰੱਖਦਾ ਸੀ, ਭਾਵ ਕਿ 5000 ਜਿਹੜੀ ਫੌਜ ਇਹਦੇ ਅਧੀਨ ਸੀ। ਇਸੇ ਤਰ੍ਹਾਂ ਦੂਸਰਾ ਉਮਰਾਵ ਦੀਨਾ ਬੇਗ, ਇਹ ਵੀ 5000 ਦਾ ਰੁਤਬਾ ਰੱਖਦਾ ਸੀ। ਸੋ ਇਹਦੇ ਨਾਲ 5000 ਦੀ ਗਿਣਤੀ ਦੇ ਵਿੱਚ ਫੌਜ ਸੀ। ਸੋ ਇਹ ਦੋਵੇਂ ਜਿਹੜੇ ਫੌਜ ਦੇ ਸਰਦਾਰ ਉਮਰਾਵ, ਇਹ ਦੋਵੇਂ ਪਠਾਨ 10000 ਦੀ ਗਿਣਤੀ ਦੇ ਵਿੱਚ ਫੌਜ ਲੈ ਕਰਕੇ, ਸੋ ਇੱਧਰ ਜਿਹੜੇ ਪਹਾੜੀਏ ਹਨ ਉਹ ਵੀ ਆਏ ਹਨ। ਸੋ ਹਿੰਮਤ ਨਹੀਂ ਉਹਨਾਂ ਦੀ ਪਈ ਕਿ ਗੁਰੂ ਕੇ ਸੂਰਮਿਆਂ ਦੇ ਨਾਲ ਜੰਗ ਲੜ ਸਕਣ। ਜਦੋਂ ਉਹਨਾਂ ਨੇ ਦੇਖਿਆ ਕਿ ਪੈਂਡੇ ਖਾਂ ਨੂੰ ਯੁੱਧ ਭੂਮੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਸ ਦਾ ਸੀਸ ਕਲਮ ਕਰ ਦਿੱਤਾ ਹੈ, ਸੋ ਉਹਦਾ ਗਾਟਾ ਲਾਹ ਸੁੱਟਿਆ। ਇਹ ਦੇਖ ਕਰਕੇ ਜਦੋਂ ਦੇਖਿਆ ਕਿ ਦੀਨਾ ਬੇਗ ਵੀ ਫੱਟੜ ਹੋ ਗਿਆ, ਗੁਰੂ ਕੇ ਸੂਰਮਿਆਂ ਨੇ ਬਹੁਤੇ ਜ਼ਿਆਦਾ ਪਠਾਨ ਮੁਗਲ ਮਾਰ ਸੁੱਟੇ ਹਨ। ਸੋ 22 ਧਾਰ ਦੇ ਰਾਜੇ ਦੇਖ ਕਰਕੇ ਡਰਾਕਲਾਂ ਵਾਂਗ, ਕਾਇਰਾ ਵਾਂਗ, ਸੋ ਆਪਣੀ ਦੂਨ ਦੇ ਵਿੱਚ, ਇਲਾਕਿਆਂ ਦੇ ਵਿੱਚ ਜਾ ਵੜੇ ਹਨ।
ਸੋ ਗੁਰੂ ਕੇ ਸੂਰਮੇ, ਇਹ ਪਹਿਲਾ ਜੰਗ ਸਤਿਗੁਰੂ ਸਾਹਿਬ ਜੀਆਂ ਨੇ ਤੁਰਕਾਂ ਦੇ ਨਾਲ ਕੀਤਾ ਹੈ। ਸੋ ਇਹ ਪਹਿਲੇ ਜੰਗ ਦਾ ਆਗਾਜ਼ ਹੋ ਗਿਆ ਹੈ ਤੁਰਕਾਂ ਦੇ ਨਾਲ। ਸੋ ਅੱਗੇ ਜਿਸ ਤਰ੍ਹਾਂ ਗੁਰੂ ਕੇ ਸੂਰਮੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕਿਉਂਕਿ ਹੁਣ ਜੰਗਾਂ ਦਾ ਹੀ ਜ਼ਿਆਦੇ ਪ੍ਰਸੰਗ ਆਉਣਗੇ। ਸੋ ਗੁਰੂ ਕੇ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੋ ਐਵੇਂ ਨਹੀਂ ਖੰਡੇ ਬਾਟੇ ਦਾ ਅੰਮ੍ਰਿਤ ਸੰਗਤ ਨੂੰ, ਆਪਣੇ ਪੰਥ ਨੂੰ ਬਖਸ਼ਿਸ਼ ਕੀਤਾ, ਕਿਉਂਕਿ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ ਨਾ, ਇਸ ਦੇ ਵਿੱਚ ਬੜਾ ਬਲ ਹੈ, ਬੜੀ ਸ਼ਕਤੀ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਅਸੀਂ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤਾ ਹੈ। ਸੋ ਦੇਵੀ ਦੇਵਤੇ ਵੀ ਲੋਚਦੇ ਹਨ ਕਿ ਕਦੋਂ ਜਿਹੜੀ ਦੇਹ ਹੈ, ਸਰੀਰ ਮਿਲੇ, ਇਸ ਦੇਹ ਦੇ ਵਿੱਚ ਜਾ ਕਰਕੇ ਫਿਰ ਅਸੀਂ ਸਿੱਖ ਸੱਜ ਕਰਕੇ ਅੰਮ੍ਰਿਤ ਛਕੀਏ। ਸਿੱਖਾਂ ਦੇ ਘਰ ਵਿੱਚ ਸਾਨੂੰ ਜਨਮ ਮਿਲੇ, ਫਿਰ ਅਸੀਂ ਅੰਮ੍ਰਿਤ ਛਕੀਏ। ਪਰ ਗੁਰੂ ਕੇ ਪਿਆਰਿਓ, ਇਹ ਜਿਹੜੀ ਵਿਰਾਸਤ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਦਿੱਤੀ ਹੈ ਨਾ ਸਿੱਖੀ, ਇਸ ਨੂੰ ਸੰਭਾਲਣ ਦੀ ਲੋੜ ਹੈ। ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਜਾਂ ਕਿਸੇ ਵੀ ਫੌਜ ਦੇ ਵਿੱਚ ਗਿਣਤੀ ਵੱਧ ਜਾਂਦੀ ਹੈ ਨਾ, ਉਹ ਫੌਜ ਦੀ, ਜਾਂ ਇਸੇ ਤਰ੍ਹਾਂ ਜਦੋਂ ਕੋਈ ਵੋਟਾਂ ਪਾਉਂਦਾ ਹੈ, ਕੋਈ MLA ਜਾਂ ਕੋਈ ਮੰਤਰੀ ਬਣਦਾ ਹੈ, ਇਹ ਵੋਟਾਂ ਦੇ ਨਾਲ ਬਣਦਾ ਹੈ। ਜਿਸ ਦੀਆਂ 2 ਵੋਟਾਂ ਵੀ ਘਟ ਜਾਣ ਜਾਂ 1 ਵੀ ਘਟ ਜਾਵੇ, ਉਹ ਹਾਰ ਜਾਂਦਾ ਹੈ। ਸੋ ਜੇ ਤਾਂ ਸੰਸਾਰ ਦੇ ਵਿੱਚ ਰਾਜ ਲੈਣਾ ਹੈ, ਜੇ ਦੇਖਣਾ ਹੈ ਕਿ ਸਾਨੂੰ ਸਾਡੇ ਹੱਕ ਮਿਲਣ, ਫਿਰ ਤਾਂ ਸਾਨੂੰ ਖਾਲਸੇ ਪੰਥ ਦੇ ਵਿੱਚ ਆਉਣਾ ਪਵੇਗਾ, ਅੰਮ੍ਰਿਤ ਛਕਣਾ ਪਵੇਗਾ, ਸਿੰਘ ਸੱਜਣਾ ਪਵੇਗਾ। ਕਿਉਂਕਿ ਗੁਰੂ ਕੇ ਪਿਆਰਿਓ, ਜਿਹੜਾ ਪ੍ਰਚਾਰ ਹੁੰਦਾ ਨਾ, ਘਰ ਤੋਂ ਸ਼ੁਰੂ ਹੁੰਦਾ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਆਪਣੇ ਘਰ ਤੋਂ ਪ੍ਰਚਾਰ ਸ਼ੁਰੂ ਕਰਨਾ ਚਾਹੀਦਾ ਹੈ, ਸਾਰਿਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ। ਸੋ ਇਹ ਘਰ ਸਾਡਾ ਹੈ, ਭਾਵ ਕਿ ਸਿੱਖੀ ਘਰ ਦੇ ਵਿੱਚ ਹੀ ਜੇ ਅੰਮ੍ਰਿਤ ਛਕਣਗੇ, ਫਿਰ ਸਾਨੂੰ ਵੇਖ ਵੇਖ ਕੇ ਜਿਹੜੇ ਹੋਰ ਧਰਮਾਂ ਦੇ ਹਨ, ਉਹ ਵੀ ਗੁਰੂ ਵਾਲੇ ਬਣਨਗੇ। ਸੋ ਬਹੁਤੀ ਗਿਣਤੀ ਦੇ ਵਿੱਚ ਅੰਗਰੇਜ਼ ਵੀ ਅੰਮ੍ਰਿਤ ਛਕ ਰਹੇ ਹਨ, ਹੋਰ ਧਰਮਾਂ ਦੇ ਵੀ ਅੰਮ੍ਰਿਤ ਛਕ ਰਹੇ ਨੇ। ਪਰ ਜਿਹੜੇ ਗੁਰੂ ਕੇ ਪਿਆਰੇ, ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਨੇ ਜਨਮ ਲਿਆ ਹੈ, ਉਹ ਸਿੱਖੀ ਤੋਂ ਮੁਨਕਰ ਹੋ ਰਹੇ ਨੇ। ਉਹ ਕੇਸ ਰੱਖਣ ਲੱਗਿਆਂ ਵੀ ਸ਼ਰਮ ਮੰਨਦੇ ਨੇ, ਗਾਤਰਾ ਪਾਉਣ ਲੱਗਿਆਂ ਵੀ ਸ਼ਰਮ ਮੰਨਦੇ ਨੇ। ਬਾਅਦ ਦੇ ਵਿੱਚ ਜੇ ਅੰਮ੍ਰਿਤ ਛਕ ਹੀ ਲੈਣ ਕਿਸੇ ਦੇ ਪ੍ਰੇਰੇ ਹੋਏ, ਜਦੋਂ ਸੰਗਤ ਕਰਦੇ ਨੇ, ਫਿਰ ਕਹਿੰਦੇ ਕੋਈ ਐਸੀ ਸ੍ਰੀ ਸਾਹਿਬ ਪਾਈ ਜਾਵੇ ਕਿਸੇ ਨੂੰ ਦਿਖਾਈ ਨਾ ਦਵੇ, ਪਤਾ ਨਾ ਲੱਗੇ ਅਸੀਂ ਅੰਮ੍ਰਿਤ ਛਕਿਆ ਹੈ। ਸੋ ਗੁਰੂ ਕੇ ਪਿਆਰਿਓ, ਕੱਲ ਦੇ ਦੀਵਾਨਾਂ ਦੇ ਵਿੱਚ ਜਿਸ ਤਰ੍ਹਾਂ ਅੰਮ੍ਰਿਤ ਦੀ ਜੋ ਮਹਿਮਾ ਦੀ ਵਡਿਆਈ ਆਵੇਗੀ, ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਪੰਥ ਨੂੰ ਜਿਸ ਤਰ੍ਹਾਂ ਸਾਜਿਆ, ਖਾਲਸੇ ਪੰਥ ਦੀ ਮਹਿਮਾ ਜੋ ਸੋਭਾ ਵਡਿਆਈ ਦਾ ਪ੍ਰਸੰਗ ਆਵੇਗਾ, ਗੁਰੂ ਕੀ ਮਹਿਮਾ ਵਡਿਆਈ ਆਵੇਗੀ, ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਸ਼ਰਵਣ ਕਰਾਂਗੇ। ਸੋ ਸਤਿਗੁਰੂ ਸਾਹਿਬ ਜੀ ਦੇ ਪਾਸ ਰੋਜ਼ਾਨਾ ਹੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਜੀਓ ਟੁੱਟਿਆਂ ਨੂੰ ਜੋੜ ਲਓ ਮਹਾਰਾਜ, ਜਿਹੜੇ ਸੁੱਕੇ ਹੋਏ ਮਨ ਹਨ ਨਾ ਸਤਿਗੁਰੂ ਸਾਹਿਬ ਜੀ, ਉਹਨਾਂ ਨੂੰ ਹਰਿਆਂ ਕਰ ਦਿਓ, ਆਪਣੀ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ, ਨਾਮ ਦੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ। ਸੋ ਗੁਰੂ ਕੇ ਪਿਆਰਿਓ, ਕਥਾ ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਅਗਾਂਹ ਤੋਂ ਸਮੱਤ ਬਖਸ਼ਣੀ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਯੋਗ ਹਨ, ਬਖਸ਼ ਲੈਣਾ। ਸੋ ਗੁਰੂ ਕੇ ਪਿਆਰਿਓ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਬੈਠ ਗੁਰੂ ਸਿੰਘਾਸਨ ਰਾਜੇ, ਸਰਬ ਖਾਲਸਾ ਦੇਖਤ ਗਾਜੇ, ਮੰਗਲ ਕੀਨ ਅਨੇਕ ਪ੍ਰਕਾਰੇ, ਦੇਤ ਅਸੀਸ ਸਕਲ ਨਰ ਨਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।